हाँ जी, हेलो। गुड मॉर्निंग सर। गुड मॉर्निंग, गुड मॉर्निंग, गुड मॉर्निंग, गुड मॉर्निंग सर जी। गुड मॉर्निंग जी, गुड मॉर्निंग वरिंदर जी, गुड मॉर्निंग वरिंदर। हाँ जी, ਕੱਲ ਅਸੀਂ ਡਿਸਕਸ ਕਰ ਰਹੇ ਸੀਗੇ ਸਟੈਂਡਿੰਗ ਆਰਡਰ ਨੰਬਰ 30 ਪੇਪਰ ਨੰਬਰ 1। ਉਹਦਾ ਕੁਝ ਪਾਰਟ ਸਾਡਾ ਰਹਿ ਗਿਆ ਸੀਗਾ ਕੱਲ। ਵੀ ਵਿਲ ਫਿਨਿਸ਼ ਟੂਡੇ ਦਾ ਸਟੈਂਡਿੰਗ ਆਰਡਰ। ਸਟੈਂਡਿੰਗ ਆਰਡਰ 30 ਕੀ ਸੀਗਾ? ਇਹਦੇ ਵਿੱਚ ਪੜ੍ਹ ਰਹੇ ਸੀ ਅਸੀਂ ਸਸਪੈਂਸ਼ਨ ਐਂਡ ਰਿਮਿਸ਼ਨ ਆਫ ਦਾ ਲੈਂਡ ਰੈਵਨਿਊ ਐਂਡ ਕੇਸਿਸ ਆਫ ਰਿਡਕਸ਼ਨ ਅਸੈਸਮੈਂਟ ਔਨ ਅਕਾਊਂਟ ਆਫ ਦਾ ਲੋਕਲ ਡੈਟੋਰੇਸ਼ਨ। ਜਦੋਂ ਕਿਤੇ ਲੋਕਲ ਕੋਈ ਮਹਾਮਾਰੀ ਆਉਂਦੀ ਹੈ, ਕੋਈ ਕਲੈਮਿਟੀ ਆਉਂਦੀ ਹੈ, ਕਿਤੇ ਗੜੇ ਪੈਂਦੇ ਹੈ, ਕਿਤੇ ਫਲੱਡ ਆ ਜਾਂਦਾ, ਕਿਤੇ ਸੋਕਾ ਪੈ ਜਾਂਦਾ, ਉਹਦੇ ਰਿਗਾਰਡਿੰਗ ਉਹਦੇ ਸੰਬੰਧ ਵਿੱਚ ਜਿਹੜਾ ਹੈ ਸੈਕਸ਼ਨ 30 ਹੈਗਾ। ਇਹਦੇ ਵਿੱਚ ਕੀ ਹੈਗਾ, ਲੈਂਡ ਨੂੰ ਜਿਹੜਾ ਉਹ ਸਸਪੈਂਡ ਕੀਤਾ ਜਾ ਸਕਦਾ ਹੈ ਫਸਲ ਲਈ, 2 ਫਸਲਾਂ ਲਈ, 3 ਫਸਲਾਂ ਲਈ, ਜਾਂ ਫਿਰ ਰਿਮਿਟ ਕੀਤਾ ਜਾ ਸਕਦਾ, ਮਾਫ ਕੀਤਾ ਜਾ ਸਕਦਾ ਹੈ, ਤੇ ਜਾਂ ਫਿਰ ਕੀ ਹੈਗਾ ਰਿਡਕਸ਼ਨ ਕੀਤੀ ਜਾ ਸਕਦੀ ਹੈ। ਰਿਡਕਸ਼ਨ ਕੀਤੀ ਜਾ ਸਕਦੀ ਹੈ ਅਸੈਸਮੈਂਟ ਕਰਕੇ, ਜਿੱਥੇ ਕਿਤੇ ਜਿਹੜੀ ਫਲਕਚੁਏਟ ਅਸੈਸਮੈਂਟ ਹੁੰਦੀ ਹੈ ਉੱਥੇ ਰਿਡਕਸ਼ਨ ਕੀਤੀ ਜਾ ਸਕਦੀ ਹੈ, ਮਾਮਲਾ ਘਟਾਇਆ ਵਧਾਇਆ ਜਾ ਸਕਦਾ ਹੈਗਾ ਉਸ ਪਰਟੀਕੂਲਰ ਏਰੀਆ ਦੇ ਵਿੱਚ ਜਿੱਥੇ ਸਿਸਟਮ ਹੁੰਦਾ ਹੈਗਾ ਵੀ ਜਿਹੜੀ ਲੈਂਡਰ ਨੂੰ ਹੁੰਦਾ ਸਬਜੈਕਟ ਟੂ ਦਾ ਫਲਕਚੁਏਟਿੰਗ ਘਟਾਇਆ ਵਧਾਇਆ ਜਾ ਸਕਦਾ ਲੈਂਡਰ ਨੂੰ ਅਸੈਸਮੈਂਟ ਕਰਕੇ। ਠੀਕ ਹੈ, ਉੱਥੇ ਜਿੱਥੇ ਲੈਂਡਰ ਨੂੰ ਘਟਾਇਆ ਵਧਾਇਆ ਜਾ ਸਕਦਾ ਹੋਵੇ ਅਸੈਸਮੈਂਟ ਕਰਕੇ, ਸਮੇਂ ਦੇ ਅਕੋਰਡਿੰਗ, ਫਸਲ ਦੇ ਅਕੋਰਡਿੰਗ, ਸੀਜ਼ਨ ਦੇ ਅਕੋਰਡਿੰਗ, ਜੇ ਕਿਤੇ ਕੋਈ ਖਰਾਬਾ ਹੁੰਦਾ ਹੈ, ਹੋਰ ਹੁੰਦਾ ਹੈ, ਤਾਂ ਜਿੱਥੇ ਕਿਤੇ ਇਹ ਫੈਸਿਲਿਟੀ ਹੁੰਦੀ ਹੈ ਵੀ ਲੈਂਡਰ ਨੂੰ ਘਟਾਇਆ ਵਧਾਇਆ ਜਾ ਸਕਦਾ ਹੈ, ਠੀਕ ਹੈ, ਤਾਂ ਉੱਥੇ ਜਿਹੜੀ ਸਸਪੈਂਸ਼ਨ ਤੇ ਰਿਮਿਸ਼ਨ ਦੀ ਲੋੜ ਨਹੀਂ ਪੈਂਦੀ। ਉੱਥੇ ਖਾਸ ਕਰਕੇ ਰਿਮਿਸ਼ਨ ਦੀ ਲੋੜ ਨਹੀਂ ਪੈਂਦੀ ਹੈਗੀ, ਕਿਉਂਕਿ ਉਹਦੇ ਅਕੋਰਡਿੰਗ ਕੀ ਹੈਗਾ ਫੈਸਿਲਿਟੀ ਹੈਗੀ ਹੈ ਇਹਦੇ ਵਿੱਚ ਆਪਣੇ ਉਹਦੇ ਵਿੱਚ ਫੈਸਿਲਿਟੀ ਹੁੰਦੀ ਹੈ ਵੀ ਅਸੀਂ ਜੇ ਕਿਤੇ ਮੌਸਮ ਖਰਾਬ ਹੋ ਗਿਆ, ਫਸਲਾਂ ਖਰਾਬ ਹੋ ਗਈਆਂ, ਤਾਂ ਸਾਡੇ ਕੋਲੇ ਬੀਇੰਗ ਏ ਫਲਕਚੁਏਟਿੰਗ ਅਸੈਸਮੈਂਟ ਕਰਕੇ ਅਸੀਂ ਉਸ ਏਰੀਆ ਦਾ ਜਿਹੜਾ ਹੈਗਾ ਮਾਮਲਾ ਘਟਾ ਸਕਦੇ ਹਾਂ। ਜੇ ਕਿਤੇ ਫਸਲਾਂ ਫਿਰ ਠੀਕ ਹੋ ਗਈਆਂ ਤਾਂ ਵਧਾਇਆ ਜਾ ਸਕਦਾ ਹੈਗਾ। ਕਿਤੇ ਜਿਹੜੀ ਲੈਂਡ ਹੈਗੀ ਹੈ ਫਰਟਾਈਲ ਹੋ ਗਈ, ਠੀਕ ਹੈ, ਲੈਂਡ ਫਰਟਾਈਲ ਹੋ ਗਈ ਤਾਂ ਜਿਹੜਾ ਲੈਂਡਰ ਨੂੰ ਹੈਗਾ ਉਹਦੀ ਅਸੈਸਮੈਂਟ ਕਰਕੇ ਵਧਾਇਆ ਜਾ ਸਕਦਾ ਹੈ। ਇਹਨਾਂ ਏਰੀਆ ਦੇ ਵਿੱਚ ਇਸ ਪਰਟੀਕੂਲਰ ਏਰੀਆ 'ਚ ਜਿਹੜੀ ਘੱਟ ਵੱਧ ਲੋੜ ਪੈਂਦੀ ਹੈ ਸਸਪੈਂਸ਼ਨ ਦੀ ਤੇ ਰਿਮਿਸ਼ਨ ਦੀ। ਬਾਕੀ ਜਿੱਥੇ ਫਿਕਸਡ ਲੈਂਡਰ ਨੂੰ ਹੁੰਦਾ ਹੈ, ਜਿੱਥੇ ਲੈਂਡਰ ਨੂੰ ਅਸੀਂ ਘਟਾ ਵਧਾ ਨਹੀਂ ਸਕਦੇ ਹੈਗੇ, ਮੰਨ ਲਓ ਸੋਕਾ ਪੈ ਗਿਆ, ਗੜੇ ਪੈ ਗਏ, ਫਲੱਡ ਆ ਗਿਆ, ਰੇਤਾ ਪੈ ਗਿਆ, ਠੀਕ ਹੈ, ਤੇ ਜਿਹੜਾ ਹੈਗਾ ਫਸਲਾਂ ਦੀ ਪੈਦਾਵਾਰ ਪ੍ਰੋਡਕਸ਼ਨ ਉਹ ਘਟ ਗਈ, ਤਾਂ ਉੱਥੇ ਲੋਕਾਂ ਦੇ ਲਈ ਅਸੰਭਵ ਹੋ ਗਿਆ ਲੈਂਡਰ ਨੂੰ ਪੇ ਕਰਨਾ। ਤਾਂ ਉਹਨਾਂ ਸਥਿਤੀਆਂ ਦੇ ਵਿੱਚ ਜਿਹੜਾ ਲੈਂਡਰ ਨੂੰ ਹੈਗਾ ਉਹ ਫੈਸਿਲਿਟੀ ਆਪਣੀ ਹੈਗੀ ਹੈ। ਸੈਕਸ਼ਨ 30 ਕਹਿ ਰਿਹਾ ਹੈਗਾ ਵੀ ਲੈਂਡ ਰੈਵਨਿਊ ਸਸਪੈਂਡ ਕੀਤਾ ਜਾ ਸਕਦਾ ਹੈ, ਅੱਗੇ ਪਾਇਆ ਜਾ ਸਕਦਾ, ਯਾਨੀ ਕਿ ਫਸਲ 2 ਫਸਲ ਲਈ, 3 ਫਸਲ ਲਈ ਅੱਗੇ ਪਾਇਆ ਜਾ ਸਕਦਾ ਹੈ ਵੀ ਅੱਗੇ ਜਾ ਕੇ ਉਗਰਾਹੀ ਕੀਤੀ ਜਾਵੇ, ਜਾਂ ਫਿਰ ਲੈਂਡ ਰੈਵਨਿਊ ਰਿਮਿਟ ਕੀਤਾ ਜਾ ਸਕਦਾ ਹੈ, ਮਾਫ ਕੀਤਾ ਜਾ ਸਕਦਾ ਹੈ 1 ਫਸਲ ਲਈ, 2 ਫਸਲ ਲਈ, 3 ਫਸਲ ਲਈ। ਫਿਰ ਅੱਗੇ ਜਾ ਕੇ ਇਹ ਜਿਹੜਾ ਲੈਂਡ ਰੈਵਨਿਊ ਸਸਪੈਂਡ ਕੀਤਾ ਹੁੰਦਾ ਜਾਂ ਰਿਮਿਟ ਕੀਤਾ ਹੁੰਦਾ ਹੈ, ਤਾਂ ਅੱਗੇ ਜਾ ਕੇ ਇਹ ਸਸਪੈਂਸ਼ਨ, ਇਨ ਕੇਸ ਆਫ ਸਸਪੈਂਸ਼ਨ, ਇਹ ਲੈਂਡਰ ਨੂੰ ਅੱਗੇ ਜਾ ਕੇ ਰਿਵਾਈਵ ਵੀ ਹੋ ਜਾਂਦਾ ਹੈਗਾ। ਰਿਵਾਈਵ ਮਤਲਬ ਕਿ ਦੁਬਾਰਾ ਲਗਾਇਆ ਜਾਂਦਾ ਹੈ। ਇਹ ਪਤਾ ਕਿੱਥੋਂ ਲੱਗਦਾ ਹੈ, ਕਿਵੇਂ ਪਤਾ ਲੱਗਦਾ ਕਦੋਂ ਰਿਵਾਈਵ ਹੁੰਦਾ ਹੈ? ਸਸਪੈਂਡ ਤੋਂ ਜਦੋਂ ਹੁੰਦਾ ਹੈ, ਇਹ ਵੀ ਡਿਪੈਂਡ ਕਰਦਾ ਫਸਲਾਂ ਦੀ ਗਿਰਦਾਵਰੀ ਤੋਂ। ਪਟਵਾਰੀ ਹਲਕਾ ਦੀ ਜਿਹੜੀ ਗਿਰਦਾਵਰੀ ਰਜਿਸਟਰ ਹੈਗਾ ਉਸੇ ਤੋਂ ਡਿਪੈਂਡ ਕਰਦਾ। ਜਦੋਂ ਕਿਸੇ ਏਰੀਆ ਦਾ ਲੈਂਡ ਰੈਵਨਿਊ ਸਸਪੈਂਡ ਕਰਨਾ ਹੋਵੇ ਜਾਂ ਰਿਮਿਟ ਕਰਨਾ ਹੋਵੇ, ਜਿਹੜੀ ਗਿਰਦਾਵਰੀ ਪਟਵਾਰੀ ਹਲਕਾ ਦੀ ਹੁੰਦੀ ਹੈ, ਗਿਰਦਾਵਰੀ ਦੇ ਹਰ ਖਾਨੇ ਦੇ ਵਿੱਚ ਲਿਖ ਕੇ ਆਉਂਦਾ ਹੈ, ਪਟਵਾਰੀ ਦਾ ਹਲਕਾ ਜਿੰਸ ਵਾਰ ਆਉਂਦਾ ਹੈ ਵੀ ਕਿੰਨਾ ਇਹ ਜਿਹੜਾ ਏਰੀਆ ਸੀ ਅਫੈਕਟ ਹੋਇਆ ਹੈਗਾ, ਠੀਕ ਹੈ, ਉਹਦੇ ਅਕੋਰਡਿੰਗ ਹੀ ਜਿਹੜੀ ਤਹਿਸੀਲਦਾਰ ਵੱਲੋਂ ਜਿਹੜੀ ਰਿਪੋਰਟ ਹੈ ਭੇਜੀ ਜਾਂਦੀ ਹੈ, ਪ੍ਰਪੋਜ਼ਲ ਭੇਜੀ ਜਾਂਦੀ ਹੈ। ਜੇ ਕਿਸੇ ਏਰੀਆ ਦਾ ਪਰਟੀਕੂਲਰ ਏਰੀਆ ਦਾ ਜਾਂ ਕਿਸੇ ਪਿੰਡ ਦਾ ਜਿਹੜਾ ਲੈਂਡਰ ਨੂੰ ਸਸਪੈਂਡ ਕਰਨਾ ਹੋਵੇ ਜਾਂ ਰਿਮਿਟ ਕਰਨਾ ਹੋਵੇ, ਪਟਵਾਰੀ ਹਲਕਾ ਦੀ ਗਿਰਦਾਵਰੀ ਨੂੰ ਬੇਸ ਬਣਾ ਕੇ ਹੀ ਜਿਹੜੀ ਰਿਪੋਰਟ ਹੈ ਤਹਿਸੀਲਦਾਰ ਵੱਲੋਂ ਭੇਜੀ ਜਾਂਦੀ ਹੈ। ਫਰਦਰ ਜਿਹੜੀ ਉਹ ਰਿਪੋਰਟ ਹੈਗੀ ਹੈ ਥਰੂ ਕਲੈਕਟਰ ਹਲਕਾ, ਕਲੈਕਟਰ ਦੇ ਕੋਲ, ਕਮਿਸ਼ਨਰ ਕੋਲੇ ਜਾਂਦੀ ਹੈ, ਤਾਂ ਜਾ ਕੇ ਜਿਹੜੀ ਇਹ ਰਿਮਿਸ਼ਨ ਦੀ ਜਿਹੜੀ ਸਸਪੈਂਸ਼ਨ ਦੀ ਜਿਹੜੀ ਕਾਰਵਾਈ ਹੈਗੀ ਉਹ ਰੰਭੀ ਜਾਂਦੀ ਹੈ। ਇਸੇ ਤਰੀਕੇ ਜਦੋਂ ਕੋਈ ਜਿਹੜਾ ਲੈਂਡਰ ਨੂੰ ਹੈਗਾ ਸਸਪੈਂਡ ਕੀਤਾ ਗਿਆ ਹੋਵੇ ਤੇ ਉਹਦੇ ਵਿੱਚ ਇਹ ਨਾ ਦਰਸਾਇਆ ਗਿਆ ਹੋਵੇ ਵੀ ਕਿੰਨੀ ਦੇਰ ਤੱਕ ਇਹ ਸਸਪੈਂਡ ਰਹੇਗਾ, ਤਾਂ ਜਦੋਂ ਪਟਵਾਰੀ ਹਲਕਾ ਦੀ ਜਿਹੜੀ ਗਿਰਦਾਵਰੀ ਹੈ, ਜਿਹਦੇ ਵਿੱਚ ਫਿਰ ਦੁਬਾਰਾ ਜਾ ਕੇ ਜਿਹੜੀਆਂ ਫਸਲਾਂ ਹੋ ਗਈਆਂ ਉਹ ਲਗਾਤਾਰ 3 ਫਸਲਾਂ ਤੱਕ ਜਿਹੜੀਆਂ ਹੈਗੀਆਂ, ਮਤਲਬ ਜਿਹੜੀ ਫਸਲ ਹੈ ਵਧੀਆ ਹੁੰਦੀ ਰਹੇ, ਠੀਕ ਹੈ, ਲਗਾਤਾਰ 3 ਫਸਲਾਂ ਤੱਕ ਜਿਹੜੀ ਫਸਲ ਹੈ ਵਧੀਆ ਹੁੰਦੀ ਰਹੇ, ਉਹ ਸੀਰੀਜ਼ ਦੁਬਾਰਾ
ਮਤਲਬ ਪ੍ਰੋਡਿਊਸ ਪੈਦਾਵਾਰ ਦੀ ਜਿਹੜੀ ਹਾਲਤ ਹੈ ਵਧੀਆ ਹੋ ਜਾਵੇ, ਫਿਰ ਉਸੇ ਕਰਕੇ ਉਸ ਤੋਂ ਬਾਅਦ ਫਿਰ ਉਹ ਜਿਹੜੀ ਪ੍ਰਪੋਜ਼ਲ ਹੈਗੀ ਹੈ ਜਿਹੜਾ ਲੈਂਡ ਰੈਵਨਿਊ ਹੈਗਾ ਉਹ ਦੁਬਾਰਾ ਜਿਹੜਾ ਸਸਪੈਂਡ ਕੀਤਾ ਹੁੰਦਾ ਹੈ ਜਾਂ ਰਿਮਿਟ ਕੀਤਾ ਹੁੰਦਾ ਹੈ, ਉਹ ਗਿਰਦਾਵਰੀ ਦੇ ਆਧਾਰ ਤੇ ਹੀ ਤਹਿਸੀਲਦਾਰ ਵੱਲੋਂ ਦੁਬਾਰਾ ਰਿਪੋਰਟ ਭੇਜੀ ਜਾਂਦੀ ਹੈ ਵੀ ਹੁਣ ਇਹ ਰਿਵਾਈਵ ਕੀਤਾ ਜਾਣਾ ਬਣਦਾ ਹੈ, ਜਿਹੜਾ ਖੇਤ ਹੈਗੇ ਉਹ ਠੀਕ ਹੋ ਗਏ, ਫਸਲਾਂ ਵਧੀਆ ਤਰੀਕੇ ਨਾਲ ਪੈਦਾ ਹੋਣ ਲੱਗੀਆਂ। ਅਸੀਂ ਇਹ ਡਿਸਕਸ ਕਰ ਰਹੇ ਸੀ, ਅਸੀਂ ਪੜ੍ਹਿਆ ਸੀ ਸੈਕਸ਼ਨ ਪੈਰਾ 20 ਤੱਕ ਅਸੀਂ ਪੜ੍ਹ ਚੁੱਕੇ ਸੀਗੇ। ਅੱਜ ਅਸੀਂ ਡਿਸਕਸ ਕਰਾਂਗੇ ਪੈਰਾ ਨੰਬਰ 20A, suspension and remission of the land revenue on the cultivable lands rendered unfit। ਜਿਹੜੇ ਏਰੀਏ ਕੁਛ ਸੇਮ ਕਰਕੇ, ਚੋ ਕਰਕੇ, ਸੈਂਡ ਕਰਕੇ ਕਲਟੀਵੇਸ਼ਨ ਦੇ ਯੋਗ ਨਾ ਰਹਿਣ, ਉੱਥੇ ਜਿਹੜਾ ਮਾਮਲਾ ਹੈਗਾ ਸਸਪੈਂਡ ਕਰਨ ਦੀ ਗੱਲ ਕੀਤੀ ਗਈ ਹੈ ਤੇ ਰਿਮਿਸ਼ਨ ਦੀ ਗੱਲ ਕੀਤੀ ਗਈ ਹੈ। ਮੰਨ ਲਓ ਸੇਮ ਆ ਗਈ, ਠੀਕ ਹੈ, ਜ਼ਮੀਨ ਗਿੱਲੀ ਹੋ ਗਈ, ਉਹਦੇ 'ਚ ਤੁਸੀਂ ਫਸਲ ਬੀਜ ਨਹੀਂ ਸਕਦੇ, ਇੱਕ ਫਸਲ, ਦੋ ਫਸਲ, ਤਿੰਨ ਫਸਲਾਂ ਤੱਕ ਬੀਜ ਨਹੀਂ ਸਕਦੇ। ਚੋਆ ਪੈਂਦਾ ਹੈ, ਚੋਆ ਕਿਹੜਾ ਹੁੰਦਾ ਹੈ, ਜਿਹੜੇ ਆਪਣੋਂ ਪਹਾੜੀ ਇਲਾਕੇ ਦੇ ਵਿੱਚੋਂ ਜਿਹੜੀਆਂ ਛੋਟੇ ਛੋਟੇ ਡਰੇਨ ਚੱਲ ਕੇ ਆਉਂਦੀਆਂ ਹੈਗੀਆਂ ਨੇ, ਠੀਕ ਹੈ, ਚੋ ਦੇ ਰੂਪ ਦੇ ਵਿੱਚ ਉਹਨਾਂ ਦਾ ਵੀ ਇਫੈਕਟ ਪੈਂਦਾ ਕੁਛ ਏਰੀਏ ਦੇ ਉੱਪਰ। ਸੈਂਡ ਸੁੱਧਾ ਰੇਤਾ ਚੜ ਜਾਂਦਾ, ਟਿੱਬੇ ਹੁੰਦੇ ਆ, ਠੀਕ ਹੈ, ਤੇ ਉਹਦੇ ਕਰਕੇ ਵੀ ਜਿਹੜੀ ਫਸਲ ਹੈਗੀ, ਜ਼ਮੀਨ ਹੈਗੀ ਆ, ਉਹ ਕਲਟੀਵੇਬਲ ਨਾ ਰਹੇ, ਫਸਲ ਵਾਹੀ ਦੇ ਯੋਗ ਨਾ ਰਹੇ। ਤਾਂ ਰੂਲਸ ਰਿਗਾਰਡਿੰਗ ਦਾ ਸੇਮ ਚੋ ਸੈਂਡ ਤੁਸੀਂ ਦੇਖੋਗੇ ਜਿਹੜੇ ਰੂਲ ਬਣੇ ਨੇ ਸਪੈਸ਼ਲ ਇਸੇ ਗੱਲ ਦੇ ਉੱਪਰ, ਇਸੇ ਪੈਰੇ ਦੇ ਐਂਡ 'ਚ ਮੇਰੇ ਖਿਆਲ ਨਾਲ ਦਿੱਤੇ ਵੀ ਹੈਗੇ ਆ। ਰੂਲਸ ਰਿਗਾਰਡਿੰਗ ਸੇਮ ਚੋ ਤੇ ਸੈਂਡ ਆਰ ਲੇਡ ਇਨ ਅਪੈਂਡਿਕਸ 2। ਇਹਦੀ ਜਿਹੜੀ ਅਪੈਂਡਿਕਸ 2 ਹੈ ਨਾ ਸਟੈਂਡਿੰਗ ਆਰਡਰ ਦੀ, ਉਹਦੇ ਵਿੱਚ ਐਂਡ ਦੇ 'ਚ ਦਿੱਤੇ ਗਏ ਨੇ ਅਪੈਂਡਿਕਸ 2 ਦੇ ਵਿੱਚ। ਇਨ ਦਿਸ ਸਟੈਂਡਿੰਗ ਆਰਡਰ ਬਾਈ FCR ਪੰਜਾਬ ਦੇ ਜਿਹੜੇ FCR ਦੇ ਜਿਹੜੇ ਆਰਡਰ ਹੈਗੇ ਆ 23/6/1967 ਦੇ ਵਿੱਚ ਆਰਡਰ ਬਣੇ ਸੀ, ਰੂਲ ਬਣੇ ਸੀਗੇ, ਰੂਲ ਰਿਗਾਰਡਿੰਗ ਸੇਮ ਚੋ ਤੇ ਸੈਂਡ। ਨੈਕਸਟ ਅਸੀਂ ਪੜ੍ਹ ਰਹੇ ਹਾਂ ਪੈਰਾ 21, ਕਲੇਮ ਫਾਰ ਰਿਮਿਸ਼ਨ ਆਫ ਕੈਨਾਲ ਰੈਵਨਿਊ। ਕੈਨਾਲ ਦਾ ਰੈਵਨਿਊ ਮਤਲਬ ਕੈਨਾਲ ਦਾ ਰੈਵਨਿਊ ਇਰੀਗੇਸ਼ਨ ਚਾਰਜਸ ਵੀ ਹੋ ਸਕਦੇ ਨੇ, ਜਾਂ ਕੋਈ ਡਿਵੈਲਪਮੈਂਟ ਕੀਤੀ ਹੋਈ ਹੋ ਸਕਦੀ ਹੈ ਕੈਨਾਲ ਦੇ ਰਿਗਾਰਡਿੰਗ, ਠੀਕ ਹੈ, ਉਹਦੇ ਕੋਈ ਚਾਰਜਸ ਹੋ ਸਕਦੇ ਨੇ। ਦੈਟ ਇਜ਼ ਇਰੀਗੇਸ਼ਨ ਚਾਰਜਸ ਆਰ ਡਿਸਪੋਜ਼ ਆਫ। ਜਿਹੜੇ ਇਰੀਗੇਸ਼ਨ ਚਾਰਜਸ ਨੇ ਇਹ ਡਿਪਾਰਟਮੈਂਟ ਆਫ ਕੈਨਾਲ ਦੇ ਵੱਲੋਂ, ਬੰਦ ਕਰੋ ਜਿਹੜੇ ਇਰੀਗੇਸ਼ਨ ਚਾਰਜਸ ਨੇ ਉਹ ਡਿਪਾਰਟਮੈਂਟ ਆਫ ਕੈਨਾਲ ਦੇ ਵੱਲੋਂ ਡਿਸਪੋਜ਼ ਆਫ ਕੀਤੇ ਜਾਂਦੇ ਨੇ, ਉਹਨਾਂ ਵੱਲੋਂ ਹੀ ਡਿਸਾਈਡ ਕੀਤਾ ਜਾਂਦਾ ਹੈ ਇਨ ਅਕੋਰਡੈਂਸ ਵਿਦ ਦਾ ਰੂਲ ਸਟੈਂਡਿੰਗ ਆਰਡਰ ਨੰਬਰ 64। ਆਪਣੇ ਤੁਸੀਂ ਰਿਫਰੈਸ਼ਰ ਕੋਰਸ ਦੌਰਾਨ ਪੜ੍ਹ ਕੇ ਆਏ ਹੋਵੋਗੇ ਪੈਰਾ 64 ਉਹਦਾ ਸਟੈਂਡਿੰਗ ਆਰਡਰ, ਠੀਕ ਹੈ, ਪੈਰਾ 22 ਤੋਂ ਲੈ ਕੇ 29 ਤੱਕ ਉਹਦੇ ਦਿੱਤੇ ਗਏ ਹੈਗੇ ਵੀ ਜਿਹੜੇ ਕੈਨਾਲ ਦੇ ਜਿਹੜੇ ਚਾਰਜਸ ਹੈਗੇ ਨੇ ਉਹਨਾਂ ਨੂੰ ਜੇ ਰਿਮਿਟ ਕਰਨਾ ਹੁੰਦਾ ਤਾਂ ਰਿਮਿਸ਼ਨ ਕਰਨੀ ਹੁੰਦੀ ਹੈ ਉਹਨਾਂ ਕਲੇਮਸ ਨੂੰ, ਗਵਰਨਮੈਂਟ ਦੇ ਕਲੇਮਸ ਨੂੰ। ਤਾਂ ਕਿਵੇਂ ਕੀ ਪ੍ਰੋਸੀਜਰ ਅਡਾਪਟ ਕੀਤਾ ਜਾਂਦਾ ਹੈਗਾ ਉਹ 64 ਦੱਸਿਆ ਗਿਆ, ਤੁਸੀਂ ਪੜ੍ਹਿਆ ਹੋਏਗਾ ਪਹਿਲਾਂ। ਨੈਕਸਟ ਹੈ ਪੈਰਾ 22, ਵਾਟਰ ਐਡਵਾਂਟੇਜ ਰੇਟ। ਵਾਟਰ ਐਡਵਾਂਟੇਜ ਰੇਟ ਇਜ਼ ਅਸੈਸਡ ਅੰਡਰ ਲੈਂਡ ਰੈਵਨਿਊ ਐਕਟ, ਨਾਟ ਅੰਡਰ ਕੈਨਾਲ ਐਕਟ। ਜਿਹੜਾ ਵਾਟਰ ਐਡਵਾਂਟੇਜ ਦਾ ਰੇਟ ਹੈਗਾ, ਠੀਕ ਹੈ, ਇਹ ਕੈਨਾਲ ਐਕਟ ਦੇ ਅਧੀਨ ਨਹੀਂ ਹੋਏਗਾ, ਇਹ ਜਿਹੜੀ ਅਸੈਸਮੈਂਟ ਹੋਏਗੀ ਲੈਂਡ ਰੈਵਨਿਊ ਐਕਟ ਦੇ ਅਧੀਨ ਕੀਤੀ ਜਾਂਦੀ ਹੈ। ਆਰਡੀਨਰੀ ਇੰਸਟਰਕਸ਼ਨਸ ਫਾਰ ਦਾ ਸਸਪੈਂਸ਼ਨ ਐਂਡ ਰਿਮਿਸ਼ਨਸ ਆਫ ਫਲਕਚੁਏਟਿੰਗ ਲੈਂਡ ਰੈਵਨਿਊ ਗਿਵਨ ਇਨ ਪੈਰਾ 18 ਤੋਂ 20, ਜਿਹੜੇ ਪੈਰਾ 18 ਤੋਂ 20 ਦਿੱਤੇ ਗਏ ਹੈਗੇ ਲੈਂਡ ਰੈਵਨਿਊ ਐਕਟ ਦੇ, ਲੈਂਡ ਰੈਵਨਿਊ ਐਕਟ ਦੇ ਜਿਹੜੇ ਪੈਰਾ 18 ਤੋਂ 20 ਹੈਗੇ ਆ, ਅਸੀਂ ਅਸੈਸਮੈਂਟ ਦਾ ਚੈਪਟਰ ਪੜ੍ਹਿਆ ਸੀ ਪਹਿਲਾਂ ਲੈਂਡ ਰੈਵਨਿਊ ਐਕਟ ਦੇ ਵਿੱਚ, ਠੀਕ ਹੈ, ਉਹਦੇ ਰਿਗਾਰਡਿੰਗ ਜਿਹੜੀ ਕੋਈ ਇਰੀਗੇਸ਼ਨ ਦੇ ਜਿਹੜੇ ਚਾਰਜਸ ਦੇ ਸੰਬੰਧ ਵਿੱਚ ਗੱਲ ਕੀਤੀ ਗਈ ਹੈ, ਜਿੱਥੇ ਫਲਕਚੁਏਟਿੰਗ ਹੋਵੇ ਸਸਪੈਂਸ਼ਨ ਤੇ ਰਿਮਿਸ਼ਨ ਹੈਗੀ ਆ, ਉਹ 18 ਤੋਂ 20 ਜਿਹੜੇ ਪੈਰੇ ਹੈਗੇ ਨੇ ਲੈਂਡ ਰੈਵਨਿਊ ਐਕਟ ਦੇ, ਉਹਦੇ ਮੁਤਾਬਕ ਉਹਦੇ ਚ ਰੂਲਸ ਦੱਸੇ ਗਏ ਨੇ, ਉਹਦੇ ਮੁਤਾਬਕ ਕਰਨੀ ਹੁੰਦੀ ਹੈ। ਦੈਨ ਹੈਗਾ ਸੈਕਸ਼ਨ F, ਕਲਾਸੀਫਿਕੇਸ਼ਨ ਆਫ ਅਸਟੇਟਸ ਐਜ਼ ਸਿਕਿਉਰ ਐਂਡ ਇਨਸਿਕਿਉਰ। ਜਦੋਂ ਸੈਟਲਮੈਂਟ ਕੀਤੀ ਜਾਂਦੀ ਹੈ, ਜਿਹੜੇ ਸੈਟਲਮੈਂਟ ਅਸੈਸਮੈਂਟ ਸਰਕਲ ਬਣਦੇ ਨੇ, ਠੀਕ ਹੈ, ਅਸੈਸਮੈਂਟ ਸਰਕਲ ਦੇ ਵਿੱਚ ਕੁਝ ਲੈਂਡ ਦੀ ਕਲਾਸੀਫਿਕੇਸ਼ਨ ਹੁੰਦੀ ਹੈ। ਕੁਝ ਲੈਂਡ ਜਿਹੜੀਆਂ ਹੁੰਦੀਆਂ ਨੇ, ਕੁਝ ਪਿੰਡ ਜਿਹੜੇ ਹੁੰਦੇ ਨੇ ਸਿਕਿਉਰ ਹੁੰਦੇ ਨੇ, ਕੁਝ ਪਿੰਡ ਜਿਹੜੇ ਹੁੰਦੇ ਨੇ ਇਨਸਿਕਿਉਰ ਹੁੰਦੇ ਨੇ। ਕੁਝ ਸਟੇਟ ਨੂੰ ਕਲਾਸੀਫਾਈ ਕੀਤਾ ਜਾਂਦਾ ਹੈ ਸੈਟਲਮੈਂਟ ਡਿਪਾਰਟਮੈਂਟ ਦੇ ਵੱਲੋਂ ਵੀ ਇਹ ਜਿਹੜੇ ਸਟੇਟਸ ਹੈਗੇ ਨੇ ਇਹ ਸਿਕਿਉਰ ਸਟੇਟਸ ਹੈਗੀਆਂ ਨੇ। ਮਤਲਬ ਕਹਿਣ ਦਾ ਭਾਵ ਹੈ ਵੀ ਇੱਥੇ ਕੋਈ ਫਲੱਡਾਂ ਦੀ ਕੋਈ ਸੰਭਾਵਨਾ ਨਹੀਂ ਹੁੰਦੀ, ਇੱਦਾਂ ਦੇ ਕੋਈ ਜਿਹੜੇ ਮਤਲਬ ਕਿ ਜਿਹੜੇ ਚਾਂਸਸ ਨੇ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਦੇ ਜਿਹੜੇ ਚਾਂਸਸ ਨੇ ਉਹ ਘੱਟ ਹੁੰਦੇ ਨੇ। ਦਰਿਆਵਾਂ ਤੋਂ ਦੂਰ ਪਿੰਡ ਜਿਹੜੇ ਹੁੰਦੇ ਨੇ, ਠੀਕ ਹੈ, ਜਿੱਥੇ ਕਿਤੇ ਫਲੱਡ ਆਉਣ ਦਾ ਕੋਈ ਚਾਂਸ ਨਹੀਂ ਹੁੰਦਾ। ਜਿਵੇਂ ਜਿਹੜੇ ਪਿੰਡ ਜੱਗੇ ਘੱਗਰ ਦੇ ਦਰਿਆ ਦੇ ਨੇੜੇ ਪੈਂਦੇ ਨੇ, ਦਰਿਆਵਾਂ ਦੇ ਨੇੜੇ ਪੈਂਦੇ ਨੇ, ਉੱਥੇ ਦੇ ਚਾਂਸਸ ਹਮੇਸ਼ਾ ਬਣੇ ਰਹਿੰਦੇ ਨੇ। ਜਦੋਂ ਵੀ ਕਿਤੇ ਮੀਂਹ ਆ ਗਿਆ, ਬਰਸਾਤਾਂ ਆ ਗਈਆਂ, ਜਿਹੜਾ ਫਲੱਡ ਜਿਹੜਾ ਹੈਗਾ ਘੱਗਰ ਹੈ ਜਾਂ ਕੋਈ ਦਰਿਆ ਹੈ ਓਵਰਫਲੋ ਹੋ ਗਿਆ, ਉਸ ਏਰੀਏ ਦੇ ਵਿੱਚ ਜਿਹੜਾ ਹੈਗਾ ਉਹ ਚਾਂਸਸ ਬਣਿਆ ਰਹਿੰਦਾ ਹੈਗਾ।
ਅਨਸਿਕਿਉਰ ਯਾਨੀ ਕਿ ਉਹਨਾਂ ਨੂੰ ਪਿੰਡਾਂ ਨੂੰ ਅਸੀਂ ਕਹਾਂਗੇ ਇਨਸਿਕਿਉਰ ਪਿੰਡ ਹੈਗੇ ਆ, ਜਿਹੜੇ ਜਿੱਥੇ ਕੋਈ ਚਾਂਸਸ ਐਸੇ ਨਹੀਂ ਹੁੰਦੇ ਰੂਟੀਨ ਦੇ ਵਿੱਚ। ਦੇਖੋ ਕਲੈਮਿਟੀ ਤਾਂ ਕਿਤੇ ਵੀ ਹੋ ਸਕਦੀ ਹੈ, ਕਿੱਦਾਂ ਦੀ ਵੀ ਹੋ ਸਕਦੀ ਹੈ, ਪਰ ਜਿਹੜੀ ਅਨਸਰਟਨ ਹੁੰਦੀ ਹੈ, ਅਨਸਰਟਨ ਜਿਹੜੀ ਕਲੈਮਿਟੀ ਹੁੰਦੀ ਹੈ, ਉਹ ਜਿਹੜੇ ਪਿੰਡ ਹੁੰਦੇ ਨੇ ਉਹ ਆ ਜਾਂਦੇ ਨੇ ਸਿਕਿਉਰ ਪਿੰਡ। ਜਿੱਥੇ ਕਿਤੇ ਸਰਟਨ ਹੁੰਦੀ ਹੈ, ਪਤਾ ਹੈ ਵੀ ਇੱਥੇ ਹੋਣਾ ਹੀ ਹੋਣਾ ਹੈ, ਸਾਲ ਬਾਅਦ 2 ਸਾਲ ਬਾਅਦ 6 ਮਹੀਨਿਆਂ ਬਾਅਦ ਇੱਥੇ ਫਲੱਡ ਆਉਣਾ ਹੈ, ਠੀਕ ਹੈ। ਉਹ ਜਿਹੜੇ ਪਿੰਡ ਹੁੰਦੇ ਨੇ ਉਹਨਾਂ ਨੂੰ ਅਸੀਂ ਇਨਸਿਕਿਉਰ ਦੀ ਜਿਹੜੀ ਡੈਫੀਨੇਸ਼ਨ ਹੈਗੀ ਆ, ਉਹਦਾ ਜਿਹੜਾ ਰਿਕਾਰਡ ਹੈਗਾ ਉਹਦਾ ਪਿੰਡ ਦਾ ਜਦੋਂ ਸੈਟਲਮੈਂਟ ਹੁੰਦੀ ਹੈ, ਸੈਟਲਮੈਂਟ ਅਧਿਕਾਰੀਆਂ ਵੱਲੋਂ, ਸੈਟਲਮੈਂਟ ਡਿਪਾਰਟਮੈਂਟ ਵੱਲੋਂ ਉਸ ਪਿੰਡ ਨੂੰ ਜਿਹੜਾ ਹੈਗਾ ਉਹਦਾ ਜਿਹੜਾ ਕੋਈ ਕਾਲਮ ਬਣਿਆ ਹੁੰਦਾ ਉਹਦੇ ਵਿੱਚ ਇਨਸਿਕਿਉਰ ਪਿੰਡ ਜਿਹੜਾ ਦਰਸਾਇਆ ਜਾਂਦਾ ਹੈਗਾ। फिर क्लासिफिकेशन ऑफ स्टेट्स एज सिक्योर एंड इनसिक्योर, डिस्ट्रिक्ट स्कीम रिगार्डिंग द सस्पेंशनस। ਜਿਹੜੀ ਡਿਸਟ੍ਰਿਕਟ ਦੀ ਸਕੀਮ ਬਣਦੀ ਹੈ ਕਿ ਜ਼ਿਲ੍ਹੇ ਦੀ ਸਕੀਮ ਬਣਦੀ ਹੈ, ਜਿਹਦੇ ਵਿੱਚ ਇਹ ਪਤਾ ਲੱਗਣਾ ਚਾਹੀਦਾ ਹੈ ਵੀ ਇਹ ਪਿੰਡ ਜਿਹੜੀ ਸਕੀਮ ਹੈ ਉਹ ਸਿਕਿਉਰ ਪਿੰਡ ਹੈ ਜਾਂ ਇਨਸਿਕਿਉਰ ਪਿੰਡ ਹੈ। ਇਹਦੇ ਲਈ ਕੀ ਹੁੰਦਾ, ਕੀ ਇਨਸਟਰਕਸ਼ਨਾਂ ਨੇ ਇਹਦੀਆਂ? ਸੈਕਸ਼ਨਾਂ ਪੈਰਾਗ੍ਰਾਫ 55 53 553 ਪੈਰਾ ਹੈਗਾ ਸੈਟਲਮੈਂਟ ਮੈਨੂਅਲ ਦਾ, ਉਹਦੇ ਵਿੱਚ ਦਰਸਾਈਆਂ ਗਈਆਂ ਨੇ ਜਿਹੜੀਆਂ ਇੰਸਟਰਕਸ਼ਨ ਨੇ, ਪਰ ਥੋੜ੍ਹੀਆਂ ਅਸੀਂ ਇਸੇ ਡਿਸਕਸ ਕਰਾਂਗੇ। ਜਿਹੜਾ ਸਭ ਤੋਂ ਪਹਿਲਾਂ ਸੈਕਸ਼ਨ ਆਪਣਾ ਪੈਰਾ 23 ਦੀ ਗੱਲ ਕਰ ਰਹੇ ਹਾਂ, ਕਲੌਜ਼ ਆਈ, ਮੈਪਸ ਆਫ ਦਾ ਡਿਸਟ੍ਰਿਕਟ ਐਂਡ ਤਹਿਸੀਲ। ਨਕਸ਼ਾ ਬਣਦਾ ਪਹਿਲਾਂ, ਸਭ ਤੋਂ ਪਹਿਲਾਂ ਨਕਸ਼ਾ ਬਣਦਾ ਡਿਸਟ੍ਰਿਕਟ ਦਾ। ਡਿਸਟ੍ਰਿਕਟ ਦੇ ਵਿੱਚ ਫਿਰ ਕੀ ਹੈ, ਤਹਿਸੀਲਾਂ ਦਰਸਾਈਆਂ ਜਾਂਦੀਆਂ ਨੇ, ਯਾਨੀ ਕਿ ਹਰ ਤਹਿਸੀਲ ਆਪਣਾ ਆਪਣਾ ਨਕਸ਼ਾ ਬਣ ਕੇ ਆਉਂਦਾ ਹੈ, ਅੱਗੇ ਅੱਗੇ ਜ਼ਿਲ੍ਹੇ ਦਾ ਨਕਸ਼ਾ ਬਣ ਜਾਂਦਾ ਹੈ, ਠੀਕ ਹੈ। ਸੈਪਰੇਟ ਮੈਪ ਫਾਰ ਦਾ ਈਚ ਤਹਿਸੀਲ, ਹਰ ਤਹਿਸੀਲ ਦਾ ਵੱਖਰਾ ਨਕਸ਼ਾ ਬਣਦਾ ਹੈ। ਉਹ ਜਿਹੜਾ ਨਕਸ਼ਾ ਬਣਦਾ ਹੈ ਉਹ ਬਣਦਾ, ਉਹਦੀ ਜਿਹੜਾ ਯੂਨਿਟ ਹੁੰਦਾ ਹੈਗਾ ਉਹ ਹੁੰਦਾ ਸਕੇਲ ਜਿਹੜੀ ਹੁੰਦੀ ਹੈ 4 ਮੀਲ, ਘੱਟੋ ਘੱਟ 1 ਇੰਚ ਦੀ ਜਿਹੜੀ ਸਕੇਲ ਹੈਗੀ ਹੈ, 1 ਇੰਚ ਇਕੁਅਲ ਟੂ 4 ਮੀਲ ਮਿਨੀਮਮ ਇਹ ਹੋਣੀ ਚਾਹੀਦੀ ਹੈ, ਠੀਕ ਹੈ। ਇਸ ਤੋਂ ਵੱਧ ਵੀ ਨਹੀਂ ਹੋਣੀ ਚਾਹੀਦੀ, ਇਸ ਤੋਂ ਘੱਟ ਹੋ ਸਕਦੀ ਹੈ। 4 ਮੀਲ ਬਰਾਬਰ ਹੈ 1 ਇੰਚ ਦੇ ਜਿਹੜੇ ਪੈਮਾਨਾ ਹੈਗਾ ਉਹਦੀ ਸਕੇਲ ਦੇ ਉੱਪਰ ਜਿਹੜਾ ਪਿੰਡ ਦਾ ਨਕਸ਼ਾ ਬਣਦਾ ਹੈ। ਤੇ ਫਿਰ ਕੀ ਹੈਗਾ, ਬਾਉਂਡਰੀਜ਼ ਆਫ ਈਚ ਸਟੇਟ ਐਂਡ ਅਸੈਸਮੈਂਟ ਸਰਕਲ ਸ਼ੁੱਡ ਬੀ ਲਾਈਨਡ। ਜਿਹੜੀਆਂ ਬਾਉਂਡਰੀਆਂ ਹੁੰਦੀਆਂ ਨੇ ਪਿੰਡ ਦੀਆਂ, ਜਿਵੇਂ ਆਪਣੇ ਕੋਲ ਤਹਿਸੀਲ ਦਾ ਨਕਸ਼ਾ ਬਣ ਗਿਆ, ਜਿਹੜੀਆਂ ਪਿੰਡ ਦੀਆਂ ਬਾਉਂਡਰੀਆਂ ਹੁੰਦੀਆਂ ਉਹਨੂੰ ਲਾਈਨਿੰਗ ਕੀਤੀ ਹੀ ਹੁੰਦੀ ਹੈ, ਜਿਵੇਂ ਡਾਟ ਲਾਈਨ ਕੀਤੀ ਹੁੰਦੀ ਹੈ ਜਾਂ ਹੋਰ ਕਲਰ ਦੀ ਜਾਂ ਡਾਰਕ ਲਾਈਨ ਕੀਤੀ ਹੁੰਦੀ ਹੈ, ਤਾਂ ਕਿ ਪਤਾ ਲੱਗੇ ਵੀ ਇਹ ਪਾਰਟੀਕੂਲਰ ਕਿਹੜਾ ਪਿੰਡ ਹੈਗਾ, ਠੀਕ ਹੈ। ਸ਼ੁੱਡ ਬੀ ਲਾਈਨਡ ਐਂਡ ਸਮਾਲ ਸਕੇਲ ਮੈਪ ਅਕੰਪਨੀ। ਇਹ ਜਿਹੜਾ ਮੈਪ ਬਣ ਗਿਆ, ਤਹਿਸੀਲਾਂ ਦਾ ਮੈਪ ਬਣ ਗਿਆ, ਤਹਿਸੀਲਾਂ ਦੇ ਨਾਲ ਕੀ ਹੈਗਾ ਫਿਰ ਉਹਦਾ ਤਹਿਸੀਲ ਦੇ ਮੈਪ ਦੇ ਨਾਲ ਆਪਣਾ ਜਿਹੜਾ ਸਮਾਲ ਸਕੇਲ ਦੇ ਉੱਪਰ ਜਿਹੜਾ ਮੈਪ ਬਣਿਆ ਹੋਇਆ ਹੈਗਾ, ਹੋਰ ਛੋਟੀ ਸਕੇਲ ਦੇ ਉੱਪਰ ਵੀ ਮੈਪ ਬਣਾ ਕੇ ਜਿਹੜਾ ਨਾਲ ਹੈ ਉਹ ਨੱਥੀ ਕੀਤਾ ਜਾਂਦਾ ਹੈ। ਸਾਰੇ ਜਿਹੜੇ ਮੈਪ ਹੈਗੇ ਨੇ ਉਹ ਡਿਸਟ੍ਰਿਕਟ ਹੈਡਕੁਆਟਰ ਤੇ ਚਲੇ ਜਾਂਦੇ ਨੇ, ਫਿਰ ਜ਼ਿਲ੍ਹੇ ਦਾ ਮੈਪ ਤਿਆਰ ਹੋ ਜਾਂਦਾ। ਨੈਕਸਟ ਹੈ ਕਲਰਿੰਗ ਆਫ ਦਾ ਮੈਪ। ਇਹ ਮੈਪ ਦੀ ਕਲਰਿੰਗ ਕਿਵੇਂ ਹੁੰਦੀ ਹੈ? ਇਨ ਬੋਥ ਦਾ ਤਹਿਸੀਲ ਐਂਡ ਡਿਸਟ੍ਰਿਕਟ ਮੈਪਸ, ਗਵਰਨਮੈਂਟ ਸਟੇਟਸ ਸੱਚ ਐਜ ਫੋਰੈਸਟ ਲੈਂਡ, ਜਿਹੜੀਆਂ ਕਿ ਸਰਕਾਰੀ ਜ਼ਮੀਨਾਂ ਹੁੰਦੀਆਂ ਨੇ, ਜਿਵੇਂ ਕਿ ਗਵਰਨਮੈਂਟ ਲੈਂਡ ਦੀ ਹੈ ਕੋਈ ਵੀ, ਜਿਵੇਂ ਫੋਰੈਸਟ ਲੈਂਡ ਹੈ ਜਾਂ ਕੋਈ ਹੋਰ ਸਰਕਾਰੀ ਜ਼ਮੀਨਾਂ ਜਿਹੜੀਆਂ ਹੁੰਦੀਆਂ ਨੇ, ਉਹਨਾਂ ਨੂੰ ਵਿੱਚ ਪੇ ਨੋ ਲੈਂਡ ਰੈਵਨਿਊ, ਜਿਹਦੇ ਉੱਪਰ ਕੋਈ ਲੈਂਡ ਰੈਵਨਿਊ ਪੇ ਨਹੀਂ ਕੀਤਾ ਜਾਂਦਾ, ਮਤਲਬ ਕਿ ਲੈਂਡ ਰੈਵਨਿਊ ਦੀ ਮਾਫੀ ਹੁੰਦੀ ਹੈ, ਕਿਉਂਕਿ ਗਵਰਨਮੈਂਟ ਦੀ ਜ਼ਮੀਨ ਹੈ, ਗਵਰਨਮੈਂਟ ਨੇ ਲੈਂਡ ਰੈਵਨਿਊ ਲੈਣਾ ਹੁੰਦਾ ਹੈਗਾ। ਉਹ ਜਿਹੜੀਆਂ ਜ਼ਮੀਨਾਂ ਹੈਗੀਆਂ ਨੇ ਉਹਨਾਂ ਦਾ ਜਿਹੜਾ ਕਲਰ ਹੈਗਾ ਉਹ ਗ੍ਰੀਨ ਕਲਰ ਕੀਤਾ ਜਾਂਦਾ ਹੈ ਇਸ ਨਕਸ਼ੇ ਦੇ ਵਿੱਚ, ਤਾਂ ਕਿ ਨਕਸ਼ਾ ਦੇਖਦੇ ਹੀ ਪਤਾ ਲੱਗ ਜਾਵੇ ਕਿਸੇ ਵੀ ਅਧਿਕਾਰੀ ਨੇ, ਕਿਸੇ ਨੇ ਕੋਈ ਦੇਖਣਾ ਹੈਗਾ, ਕੋਈ ਇੰਸਪੈਕਸ਼ਨ ਕਰਨੀ ਹੈ, ਕੋਈ ਨਕਸ਼ਾ ਦੇਖਣਾ ਤਹਿਸੀਲ ਦਾ, ਨਕਸ਼ਾ ਦੇਖਦੇ ਹੀ ਪਤਾ ਲੱਗ ਜਾਵੇ ਵੀ ਦੀਜ਼ ਆਰ ਦਾ ਗਵਰਨਮੈਂਟ ਲੈਂਡਸ, ਠੀਕ ਹੈ। ਫਿਰ ਕੀ ਹੈਗਾ, ਜਿੱਥੇ ਲੈਂਡ ਰੈਵਨਿਊ ਫਲਕਚੁਏਟ ਹੁੰਦਾ ਹੈ, ਮਤਲਬ ਕਿ ਸੀਜ਼ਨ ਦੇ ਅਕੋਰਡਿੰਗ, ਜੇ ਫਸਲ ਘਟਦੀ ਹੈ, ਮੈਚਿਓਰਟੀ ਜਿਹੜੀ ਮੈਚਿਓਰ ਹੋਈ ਫਸਲ ਹੈਗੀ ਹੈ, ਜੇ ਫਸਲ ਮੈਚਿਓਰ ਹੋਣ 'ਤੇ ਜਿਹੜਾ ਪੈਦਾਵਾਰ ਹੈ, ਝਾੜ ਹੈ, ਉਹਦਾ ਘਟ ਜਾਂਦਾ ਬਹੁਤ ਜ਼ਿਆਦਾ, ਤਾਂ ਫਿਰ ਕੀ ਹੈਗਾ, ਉੱਥੇ ਜਿਹੜੀ ਫਲਕਚੁਏਟ ਅਸੈਸਮੈਂਟ ਕਰ ਦਿੱਤੀ ਜਾਂਦੀ ਹੈ, ਦੁਬਾਰਾ ਅਸੈਸਮੈਂਟ ਕਰ ਦਿੱਤੀ ਜਾਂਦੀ ਹੈ। ਗਰਦੌਰੀ ਦੇਖ ਕੇ ਵੀ ਜਿਵੇਂ ਗਰਦੌਰੀ ਦੇ ਵਿੱਚ ਜਿਹੜਾ ਝਾੜ ਹੈਗਾ ਉਹ ਘੱਟ ਹੋਏਗਾ, ਤਾਂ ਜਿਹੜੀ ਹੈਗੀ ਹੈ ਉਹਦੀ ਫਲਕਚੁਏਟ ਜਿਹੜੀ ਅਸੈਸਮੈਂਟ ਹੈ ਦੁਬਾਰਾ ਕਰ ਦਿੱਤੀ ਜਾਂਦੀ ਹੈ। ਜਿਹੜੀਆਂ ਜ਼ਮੀਨਾਂ ਫਲਕਚੁਏਟ ਹੁੰਦੀਆਂ ਨੇ, ਜਿਹੜੇ ਪਿੰਡ ਫਲਕਚੁਏਟ ਅਸੈਸਮੈਂਟ ਜਿਹਨਾਂ ਪਿੰਡਾਂ ਦੀ ਹੋਈ ਹੁੰਦੀ ਹੈ, ਉਹਨਾਂ ਪਿੰਡਾਂ ਦਾ ਜਿਹੜਾ ਕਲਰ ਹੁੰਦਾ ਇਸ ਡਰਾਇੰਗ ਦੇ ਵਿੱਚ, ਇਸ ਨਕਸ਼ੇ ਦੇ ਵਿੱਚ ਬਲੂ ਕਲਰ ਨਾਲ ਦਰਸਾਇਆ ਜਾਂਦਾ ਹੈ, ਤਾਂ ਕਿ ਅਸੈਸਮੈਂਟ ਆਫੀਸਰ ਨੂੰ ਜਾਂ ਰੈਵਨਿਊ ਆਫੀਸਰ ਨੂੰ ਜਾਂ ਕਲੈਕਟਰ ਨੂੰ, ਜਿਹੜਾ ਕੋਈ ਵੀ ਰੈਵਨਿਊ ਅਧਿਕਾਰੀ ਹੈਗੀ ਆ, ਉਹਨੂੰ ਦੇਖਦੇ ਸਾਰ ਪਤਾ ਲੱਗ ਜਾਏ, ਨਕਸ਼ਾ ਦੇਖਦੇ ਸਾਰ ਪਤਾ ਲੱਗ ਜਾਏ ਵੀ ਜਿਹੜੇ ਬਲੂ ਕਲਰ ਦਰਸਾਇਆ ਗਿਆ ਹੈਗਾ, ਇਹ ਜਿਹੜੇ ਪਿੰਡ ਹੈਗੇ ਨੇ ਇੱਥੇ ਮਤਲਬ ਜਿਹੜਾ ਹੈਗਾ ਮਾਮਲਾ ਹੈਗਾ ਘਟਦਾ ਵੱਧਦਾ ਰਹਿੰਦਾ ਹੈ ਸਮੇਂ ਦੇ ਅਕੋਰਡਿੰਗ, ਸੀਜ਼ਨ ਦੇ ਅਕੋਰਡਿੰਗ, ਐਜ਼ ਪਰ ਦਾ ਮੈਚਿਓਰਟੀ, ਐਜ਼ ਪਰ ਆਫ ਦਾ ਕ੍ਰੌਪ, ਉੱਤੇ ਡਿਪੈਂਡ ਕਰਦਾ ਹੈ। ਜੇ ਫਸਲਾਂ ਘਟਦੀਆਂ ਨੇ ਤਾਂ ਮਾਮਲਾ ਜਿਹੜਾ ਘਟ ਜਾਂਦਾ ਹੈ, ਜੇ ਫਸਲਾਂ ਦਾ ਝਾੜ ਵੱਧ ਜਾਂਦਾ ਹੈ ਤਾਂ ਉਸ ਐਜ਼ ਪਰ ਮਤਲਬ ਕਿ ਝਾੜ ਦੇ ਦੇਖਦੇ ਹੋਏ ਜਿਹੜਾ ਮਾਮਲਾ ਹੈਗਾ ਉਹਦੀ ਅਸੈਸਮੈਂਟ ਕਰਕੇ ਮਾਮਲਾ ਜਿਹੜਾ ਵਧਾਇਆ ਜਾਂਦਾ ਹੈ। ਇਹਦਾ ਜਿਹੜਾ ਕਲਰ ਹੁੰਦਾ ਐਸੀਆਂ ਸਟੇਟਸ ਦਾ ਬਲੂ ਕਲਰ ਹੁੰਦਾ। ਜਿੱਥੇ ਕਿਤੇ ਜਿਹੜੀ ਫਿਕਸਡ ਲੈਂਡ ਰੈਵਨਿਊ ਹੁੰਦਾ,
ਜਿਵੇਂ ਕਿ ਜ਼ਿਆਦਾਤਰ ਆਪਣੇ ਇਲਾਕਿਆਂ ਦੇ ਵਿੱਚ ਹੈਗਾ। ਫਿਕਸ ਲੈਂਡ ਰੈਵਨਿਊ ਹੈਗਾ ਵੀ ਕੋਈ ਘਾਟਾ ਨਹੀਂ ਕੋਈ ਵਾਧਾ ਨਹੀਂ। ਸਸਪੈਂਸ਼ਨ ਕੀਤੀ ਜਾ ਸਕਦੀ ਹੈ ਲੋੜ ਵੇਲੇ, ਰਮਿਸ਼ਨ ਕੀਤੀ ਜਾ ਸਕਦੀ ਹੈ, ਫਲੱਡ ਆ ਗਿਆ ਗੜੇ ਪੈ ਗਏ, ਠੀਕ ਹੈ, ਲੈਂਡ ਰੈਵਨਿਊ ਦੀ ਰਮਿਸ਼ਨ ਕੀਤੀ ਜਾ ਸਕਦੀ ਹੈ, ਸਸਪੈਂਸ਼ਨ ਕੀਤੀ ਜਾ ਸਕਦੀ ਹੈ, ਜਾਂ ਕੋਈ ਸਰਕਾਰ ਦੀ ਚਾਹੇ ਹੋਰ ਰਿਲੀਫ ਦੇ ਸਕਦੀ ਹੈ। ਜਿਹੜੇ ਐਸੇ ਏਰੀਏ ਹੁੰਦੇ ਹੈਗੇ ਆ ਜਿਨ੍ਹਾਂ ਦਾ ਮਾਮਲਾ ਫਿਕਸ ਹੈਗਾ, ਉਹਦਾ ਜਿਹੜਾ ਕਲਰ ਹੈਗਾ ਇਹਨਾਂ ਪਿੰਡਾਂ ਨੂੰ ਮਾਮਲਾ ਫਿਕਸ ਹੈ ਪਰ ਪਿੰਡ ਇਹ ਇਨਸਿਕਿਉਰ ਨੇ। ਮਾਮਲਾ ਫਿਕਸ ਹੋਵੇ, ਲੈਂਡ ਰੈਵਨਿਊ ਫਿਕਸ ਹੋਵੇ, ਫਲਕਚੁਏਟ ਨਾ ਹੋਵੇ, ਪਰ ਪਿੰਡ ਇਹ ਇਨਸਿਕਿਉਰ ਹੋਣ। ਇਨਸਿਕਿਉਰ ਦਾ ਮਤਲਬ ਕਿਸੇ ਐਸੇ ਇਲਾਕੇ 'ਚ ਹੋਣ ਜਿੱਥੇ ਦਰਿਆ ਲੰਘਦਾ ਹੋਵੇ, ਕੋਈ ਹੋਰ ਐਸੀ ਨਦੀ ਲੰਘਦੀ ਹੋਵੇ, ਦਰਿਆ ਲੰਘਦਾ ਹੋਵੇ, ਫਲੱਡ ਘੱਗਰ ਲੰਘਦਾ ਹੋਵੇ, ਜਿੱਥੇ ਚਾਂਸਸ ਜ਼ਿਆਦਾ ਰਹਿੰਦੇ ਹੋਣ ਫਸਲ ਦੇ ਖਰਾਬ ਹੋਣ ਦੇ, ਠੀਕ ਹੈ। ਇਨਸਿਕਿਉਰ ਪਿੰਡ ਹੋਣ ਤੇ ਮਾਮਲਾ ਜਿਹੜਾ ਹੋਵੇ ਉਹ ਫਿਕਸ ਹੋਵੇ, ਤਾਂ ਜਿਹੜਾ ਇਹ ਕਲਰ ਹੈਗਾ ਰੈੱਡ ਕਲਰ 'ਚ ਦਰਸਾਇਆ ਜਾਏਗਾ ਉਹ ਏਰੀਏ, ਉਹ ਪਿੰਡ, ਠੀਕ ਹੈ। ਫਿਕਸਡ ਲੈਂਡ ਰੈਵਨਿਊ ਦੇ ਜਿਹੜੇ ਪਿੰਡ ਹੈਗੇ ਨੇ ਰੈੱਡ ਕਲਰ 'ਚ ਦਿਖਾਏ ਜਾਂਦੇ ਨੇ, ਪਰ ਸ਼ਰਤ ਇਹ ਹੈ ਵੀ ਜਿਹੜਾ ਮਾਮਲਾ ਹੈਗਾ ਉਹ ਇਨਸਿਕਿਉਰ ਹੋਵੇ, ਮਤਲਬ ਕਿ ਜਿਹੜੀ ਲੈਂਡ ਹੈ ਉਹ ਇਨਸਿਕਿਉਰ ਹੋਵੇ। ਉੱਥੇ ਜਿਹੜੇ ਪਿੰਡ ਹੈਗੇ ਆ ਉੱਥੇ ਜਿਹੜੇ ਚਾਂਸਸ ਰਹਿੰਦੇ ਹੋਣ ਖਰਾਬ ਹੋਣ ਦੇ ਫਸਲ, ਤੇ ਜਿਹੜੇ ਪਿੰਡ ਮਾਮਲਾ ਫਿਕਸ ਹੋਵੇ ਪਰ ਪਿੰਡ ਸਿਕਿਉਰ ਹੋਣ, ਉੱਥੇ ਰੂਟੀਨ ਦੇ ਵਿੱਚ ਖਰਾਬਾ ਨਾ ਹੁੰਦਾ ਹੋਵੇ, ਠੀਕ ਹੈ, ਉਹਨਾਂ ਪਿੰਡਾਂ ਨੂੰ ਕੋਈ ਕਲਰ ਨਹੀਂ ਦਿੱਤਾ ਜਾਏਗਾ। ਮਤਲਬ ਨਾਰਮਲ ਹੋ ਕੇ ਜ਼ਿਆਦਾਤਰ ਗਿਣਤੀ ਉਸ ਦੀ ਹੋਏਗੀ, ਲਗਭਗ 70-80% ਏਰੀਆ ਉਹੀ ਹੋਏਗਾ ਜਿਹੜਾ ਹੈਗਾ ਸਿਕਿਉਰ ਵੀ ਹੈਗਾ, ਤੇ ਉਹਨੂੰ ਇਸ ਕਰਕੇ ਜਿਹੜਾ ਹੈਗਾ ਕੋਈ ਕਲਰ ਦੇਣ ਦੀ ਲੋੜ ਨਹੀਂ ਹੈਗੀ, ਉਹ ਅਨਕਲਰਡ ਰਹੇਗਾ। ਜਦੋਂ ਇਹ ਤਹਿਸੀਲ ਦਾ ਮੈਪ ਬਣਨਾ ਹੈਗਾ, ਤਹਿਸੀਲ ਦਾ ਮੈਪ ਬਣੇਗਾ ਤਾਂ ਵੀ ਇਹੀ ਕਲਰ ਹੋਣਗੇ। ਗ੍ਰੀਨ ਕਲਰ ਹੋਏਗਾ ਸਰਕਾਰੀ ਲੈਂਡ ਲਈ, ਬਲੂ ਕਲਰ ਹੋਏਗਾ ਜਿੱਥੇ ਫਲਕਚੁਏਟ ਮਾਮਲਾ ਹੋਏਗਾ, ਤੇ ਰੈੱਡ ਕਲਰ ਹੋਏਗਾ ਜਿੱਥੇ ਮਾਮਲਾ ਫਿਕਸ ਹੋਏਗਾ ਪਰ ਜ਼ਮੀਨ ਹੋਏਗੀ ਜਿਹੜੀ ਏਰੀਆ ਹੋਏਗਾ ਇਨਸਿਕਿਉਰ ਹੋਏਗਾ, ਉਹ ਪਿੰਡ ਜਿਹੜੇ ਹੈਗੇ ਇਨਸਿਕਿਉਰ ਹੋਣਗੇ। ਬਾਕੀ ਜਿਹੜਾ ਕਲਰ ਹੋਇਆ ਕੋਈ ਦਿੱਤਾ ਨਹੀਂ ਹੈਗਾ, ਬਾਕੀ ਸਾਰੀ ਅਨਕਲਰਡ ਲੈਂਡ ਹੋਏਗੀ, ਠੀਕ ਹੈ। ਤਹਿਸੀਲ ਪੱਧਰ ਤੇ ਨਕਸ਼ਾ ਬਣੇਗਾ, ਤਹਿਸੀਲ ਦਾ ਨਕਸ਼ਾ ਜਿਹੜਾ ਜ਼ਿਲ੍ਹੇ ਪੱਧਰ ਤੇ ਜਾਏਗਾ, ਫਿਰ ਇਦਾਂ ਹੀ ਸਾਰਾ ਜ਼ਿਲ੍ਹੇ ਦਾ ਨਕਸ਼ਾ ਤਿਆਰ ਹੋਏਗਾ, ਉਹਦੇ ਤੇ ਵੀ ਇਹੀ ਕਲਰ ਹੋਣਗੇ। ਨੈਕਸਟ ਅਸੀਂ ਦੇਖਦੇ ਹਾਂ ਇਹਦੀ ਸਬ ਕਲਾਸ 3 ਹੈਗੀ ਹੈ, ਵਟ ਇਜ਼ ਇਨਕਲੂਡਡ ਅੰਡਰ ਫਲਕਚੁਏਟਿੰਗ ਅਸੈਸਮੈਂਟ। ਜਦੋਂ ਫਲਕਚੁਏਟਿੰਗ ਅਸੈਸਮੈਂਟ ਹੋਣੀ ਹੈ ਤਾਂ ਉਹਦੇ ਵਿੱਚ ਹੋਰ ਕੀ ਐਡ ਕੀਤਾ ਜਾ ਸਕਦਾ ਹੈ। ਆਲ ਦਾ ਫਾਰਮਸ ਆਫ ਦਾ ਫਲਕਚੁਏਟਿੰਗ ਅਸੈਸਮੈਂਟ ਇਨ ਵਿਚ ਐਨੂਅਲ ਅਸੈਸਮੈਂਟ ਰਿਕੁਆਇਰਡ। ਜਿੱਥੇ ਉਹ ਪਿੰਡ, ਉਹ ਏਰੀਏ, ਉਹ ਲੈਂਡਸ ਜਿੱਥੇ ਹਰ ਸਾਲ ਲੱਗਦਾ ਵੀ ਹਰ ਸਾਲ ਹੀ ਅਸੈਸਮੈਂਟ ਕਰਨੀ ਪੈਂਦੀ ਹੈ, ਕਿਉਂਕਿ ਹਰ ਸਾਲ ਹੀ ਕੋਈ ਨਾ ਕੋਈ ਇਨਸਿਕਿਉਰਿਟੀ ਆ ਜਾਂਦੀ ਹੈ, ਹਰ ਸਾਲ ਹੀ ਫਸਲ ਖਰਾਬ ਹੋ ਜਾਂਦੀ ਹੈ, ਹਰ ਸਾਲ ਹੀ ਅਸੈਸਮੈਂਟ ਕਰਨੀ ਪੈਂਦੀ ਹੈ, ਠੀਕ ਹੈ। ਉਹ ਜਿਹੜੇ ਪਿੰਡਾਂ ਦੇ ਜਿਹੜੇ ਨਾਮ ਹੈਗੇ ਉਹ ਦਰਸਾਏ ਜਾਣਗੇ। ਇਨ ਵਿਚ ਐਨੂਅਲ ਅਸੈਸਮੈਂਟ ਰਿਕੁਆਇਰਡ ਆਲ ਦਾ ਲੈਂਡਸ ਅਲੋਵੀਅਨ ਤੇ ਡਿਲੂਵੀਅਨ, ਤੇ ਉਹ ਵੀ ਜਿਹੜੇ ਇਲਾਕੇ ਹੈਗੇ ਨੇ ਜਿੱਥੇ ਬੁਰਦਗੀ ਤੇ ਬਰਾਮਦਗੀ ਹੁੰਦੀ ਰਹਿੰਦੀ ਹੈ, ਠੀਕ ਹੈ। ਉਹ ਜਿਹੜੇ ਪਿੰਡ ਵੀ ਹੈਗੇ ਜਿਹੜੇ ਫਲਕਚੁਏਟਿੰਗ ਦੇ ਜਿਹੜੇ ਅਸੈਸਮੈਂਟ ਜਦੋਂ ਹੋਣੀ ਹੈ, ਉਹ ਫਲਕਚੁਏਟਿੰਗ ਅਸੈਸਮੈਂਟ ਦੇ ਵਿੱਚ ਇਹ ਪਿੰਡ ਵੀ ਸ਼ਾਮਲ ਹੋਣੇ ਚਾਹੀਦੇ ਨੇ, ਸ਼ਾਮਲ ਕੀਤੇ ਜਾਂਦੇ ਨੇ ਫਲਕਚੁਏਟਿੰਗ ਅਸੈਸਮੈਂਟ ਦੇ ਵਿੱਚ। ਬੁਰਦਗੀ ਬਰਾਮਦਗੀ ਵਾਲੇ ਪਿੰਡ ਤੇ ਜਿੱਥੇ ਹਰ ਸਾਲ ਹੀ ਜਿਹੜਾ ਮਾਮਲਾ ਹੈਗਾ ਘਟਦਾ ਵੱਧਦਾ ਹੋਵੇ, ਹਰ ਸਾਲ ਹੀ ਫਸਲ ਨੂੰ ਨੁਕਸਾਨ ਹੁੰਦਾ ਹੋਵੇ, ਉਹ ਜਿਹੜੇ ਪਿੰਡ ਨੇ ਉਹ ਫਲਕਚੁਏਟਿੰਗ ਅਸੈਸਮੈਂਟ ਦੇ ਵਿੱਚ ਆ ਜਾਂਦੇ। ਨੈਕਸਟ ਅਸੀਂ ਦੇਖਦੇ ਹਾਂ ਪ੍ਰਿੰਸੀਪਲ ਔਨ ਵਿਚ ਦ ਕਲੈਰੀਫਿਕੇਸ਼ਨ ਆਫ ਸਿਕਿਉਰ ਐਂਡ ਅਨਸਿਕਿਉਰ ਏਰੀਆ ਸ਼ੁੱਡ ਬੀ ਮੇਡ। ਕੀ ਪ੍ਰਿੰਸੀਪਲ ਕਹਿੰਦੇ ਹੈਗਾ ਦੇ ਵਿੱਚ, ਜਿੱਥੇ ਸਿਕਿਉਰ ਪਿੰਡ ਕਿਹੜੇ ਨੇ, ਇਨਸਿਕਿਉਰ ਪਿੰਡ ਕਿਹੜੇ ਨੇ। ਵੈਸੇ ਤਾਂ ਆਪਾਂ ਦੇਖ ਚੁੱਕੇ ਆਪਾਂ ਨੂੰ ਪਤਾ ਲੱਗ ਗਿਆ ਵੀ ਜਿੱਥੇ ਫਸਲਾਂ ਹਰ ਸਾਲ ਹੀ ਖਰਾਬ ਹੁੰਦੀਆਂ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ, ਉਹ ਪਿੰਡ ਇਨਸਿਕਿਉਰ ਬਣ ਜਾਂਦੇ ਨੇ। ਜਿੱਥੇ ਫਸਲਾਂ ਖਰਾਬ ਹੋਣ ਦੀ ਸੰਭਾਵਨਾ ਨਹੀਂ ਜ਼ਿਆਦਾ ਹੁੰਦੀ, ਕੀ ਕਹਿੰਦਾ ਕਦੇ ਕਦਾਏ ਅਚਾਨਕ ਕੋਈ ਕਲੈਮਿਟੀ ਆ ਗਈ ਕਿ ਜਿਵੇਂ ਗੜੇ ਪੈ ਗਏ, ਗੜਿਆਂ ਦਾ ਕੀ ਪਤਾ ਲੱਗਦਾ, ਠੀਕ ਹੈ, ਪੈਂਦੇ ਜਾਂ ਨਹੀਂ ਪੈਂਦੇ। ਗੜਿਆਂ ਦੇ ਆਧਾਰ ਤੇ ਕਿਸੇ ਪਿੰਡ ਨੂੰ ਆਪਾਂ ਇਨਸਿਕਿਉਰ ਪਿੰਡ ਨਹੀਂ ਕਹਿ ਸਕਦੇ, ਠੀਕ ਹੈ। ਇਨ ਆਰਡਰ ਟੂ ਇੰਡੀਕੇਟ ਔਨ ਵਿਚ ਏਰੀਆ ਅੰਡਰ ਫਿਕਸਡ ਅਸੈਸਮੈਂਟ should be divided into secure and insecure. The following observations and instructions are published for the guidelines. Main object ਕੀ ਕਹਿ ਰਿਹਾ, to ascertain the insecure area. Main ਜਿਹੜਾ object ਹੋਣਾ ਚਾਹੀਦਾ ਉਹ insecure area ਦੇ ਉੱਪਰ ਹੋਣਾ ਚਾਹੀਦਾ। ਬਾਕੀ ਤਾਂ ਸਾਰਾ secure ਰਹਿ ਗਿਆ। insecure area ਨੂੰ ਹੀ ਤੁਸੀਂ ਦੇਖਣਾ ਹੈਗਾ ਵੀ ਇਹਦੀ assessment ਕਿਵੇਂ ਕਰਨੀ ਹੈ, ਫਰਦਰ ਲੈਂਡ ਨੂੰ ਕਦੋਂ ਘਟਾਉਣਾ ਵਧਾਉਣਾ ਹੈਗਾ, ਮਾਲਕਾਂ ਦਾ ਕੀ ਅਕਾਊਂਟ ਰੱਖਣਾ, ਹਿਸਾਬ ਕਿਤਾਬ ਰੱਖਣਾ ਹੈਗਾ ਤਹਿਸੀਲ ਪੱਧਰ ਤੇ, ਠੀਕ ਹੈ। ਉਹਦਾ ਬੇਸ ਤੇ ਉਹਦਾ ਗਿਰਦਾਵਰੀ, ਕਦੋਂ ਜ਼ਮੀਨ ਦਾ ਜਿਹੜਾ ਮਾਮਲਾ ਘਟਾਉਣਾ ਹੈ, ਕਦੋਂ ਜ਼ਮੀਨ ਦਾ ਮਾਮਲਾ ਵਧਾਉਣਾ ਹੈਗਾ। ਜਾਣੀ ਕਿ ਮੇਨ ਆਬਜੈਕਟ ਜਿਹੜਾ ਹੋਏਗਾ ਉਹ ਇਨਸਿਕਿਉਰ ਪਿੰਡਾਂ ਦੇ ਉੱਪਰ ਹੀ ਹੋਏਗਾ। ਸਿਕਿਉਰ ਪਿੰਡਾਂ ਦੇ ਉੱਪਰ ਕੋਈ ਜ਼ਿਆਦਾ ਧਿਆਨ ਦੇਣ ਦੀ ਲੋੜ ਨਹੀਂ ਹੁੰਦੀ,
some systematic schemes regulate the grant of suspension prepared। ਕਹਿੰਦਾ ਕੁਝ ਸਕੀਮ ਜਿਹੜਾ ਤਿਆਰ ਕੀਤੀ ਜਾਂਦੀ ਹੈ ਵੀ ਜਦੋਂ ਇਹਨਾਂ ਪਿੰਡਾਂ ਦਾ ਜਿਹੜਾ ਹੈਗਾ ਮਾਮਲਾ ਹੈਗਾ ਸਸਪੈਂਡ ਕੀਤਾ ਜਾਣਾ ਹੈ, ਜਿੱਥੇ ਜਿਹੜੇ ਇਨਸਿਕਿਉਰ ਪਿੰਡ ਹੁੰਦੇ ਨੇ, ਸਿਕਿਉਰ ਟਰੈਕਸ ਐਂਡ ਵੈਰੀ ਅਨਲਾਈਕਲੀ, ਜਿਹੜੇ ਸਿਕਿਉਰ ਟਰੈਕ ਨੇ, ਜਿਹੜੇ ਪਿੰਡ ਸਿਕਿਉਰ ਨੇ, ਠੀਕ ਹੈ, ਉਹਦੇ ਬਾਰੇ ਕਿਹਾ ਵੀ ਸਿਕਿਉਰ ਟਰੈਕਸ ਵੈਰੀ ਅਨਲਾਈਕਲੀ ਟੂ ਰਿਕੁਆਇਰ ਸਸਪੈਂਸ਼ਨ ਐਂਡ ਰਿਮਿਸ਼ਨ। ਬਹੁਤ ਘੱਟ ਲੋੜ ਪੈਂਦੀ ਹੈ, ਬਹੁਤ ਘੱਟ ਜ਼ਰੂਰਤ ਪੈਂਦੀ ਹੈ ਜਿਹੜੇ ਸਿਕਿਉਰ ਟਰੈਕ ਨੇ ਉੱਥੇ ਸਸਪੈਂਸ਼ਨ ਕਰਾਉਣ ਦੀ। ਜਿਵੇਂ ਕਿ ਮੈਂ ਪਹਿਲਾਂ ਹੀ ਦੱਸ ਚੁੱਕਿਆ ਤੁਹਾਨੂੰ, ਸਿਕਿਉਰ ਟਰੈਕਾਂ ਦੇ ਉੱਪਰ ਸਸਪੈਂਸ਼ਨ ਤੇ ਰਿਮਿਸ਼ਨ ਦੀ ਬਹੁਤ ਘੱਟ ਜ਼ਰੂਰਤ ਪੈਂਦੀ ਹੈ। ਕੀ ਕਹਿੰਦੇ, ਕਦੇ ਅਚਾਨਕ ਕਦੇ ਕਦੇ ਗੜੇ ਗੜੇ ਪੈ ਗਏ, ਹੋਰ ਪੈ ਗਏ, ਤੇ ਸਡਨ, ਠੀਕ ਹੈ, ਅਨਸਰਟਨ ਜਿਹਨੂੰ ਕਹਿ ਲਈਏ ਆਪਾਂ, ਉਹਨਾਂ ਕੇਸਾਂ ਦੇ ਵਿੱਚ ਹੀ ਜ਼ਰੂਰਤ ਪੈਂਦੀ ਹੈ, ਅਦਰਵਾਈਜ਼ ਲੋੜ ਨਹੀਂ ਪੈਂਦੀ ਹੈਗੀ। ਅਨਸਿਕਿਉਰ ਟਰੈਕਸ ਟਾਈਮ ਟੂ ਟਾਈਮ ਜਿਹੜੇ ਰਿਕੁਆਇਰਮੈਂਟ ਹੁੰਦੀ ਹੈ, ਜਿਹੜੇ ਅਨਸਿਕਿਉਰ ਟਰੈਕ ਹੁੰਦੇ ਨੇ ਉਹਨਾਂ ਦੀ ਸਮੇਂ ਤੋਂ ਸਮੇਂ ਤੇ ਲੈ ਕੇ ਜਿਵੇਂ ਸਾਲ ਬਾਅਦ ਜਾਂ 2 ਸਾਲ ਬਾਅਦ, ਠੀਕ ਹੈ, ਉਹਦੀ ਸਸਪੈਂਸ਼ਨ ਤੇ ਰਿਮਿਸ਼ਨ ਦੀ ਜਿਹੜੀ ਹੈਗੀ ਹੈ ਜ਼ਰੂਰਤ ਪੈਂਦੀ ਰਹਿੰਦੀ ਹੈ। ਨੈਕਸਟ ਆ ਗਿਆ ਜੀ, ਇਹਦੀ ਜਿਹੜੀਆਂ ਸੈਕਸ਼ਨ ਪੜ੍ਹ ਰਹੇ ਆਪਾਂ, ਪੈਰਾ 5 ਆ ਗਿਆ, ਸਪੈਸ਼ਲ ਕੰਸੀਡਰੇਸ਼ਨ ਅਫੈਕਟਿੰਗ ਦਾ ਕਲੈਰੀਫਿਕੇਸ਼ਨ ਆਫ ਦਾ ਸਟੇਟਸ ਇਨ ਪੰਜਾਬ। ਹੁਣ ਪੰਜਾਬ ਦੀ ਗੱਲ ਕੀਤੀ ਗਈ ਹੈ, ਸਪੈਸ਼ਲ ਕੰਸੀਡਰੇਸ਼ਨ ਅਫੈਕਟਿੰਗ ਦਾ ਕਲੈਰੀਫਿਕੇਸ਼ਨਸ ਆਫ ਸਟੇਟਸ ਆਫ ਪੰਜਾਬ। ਪੰਜਾਬ ਦੇ ਜਿਹੜੇ ਪਿੰਡਾਂ ਹੈਗੇ ਨੇ, ਪੰਜਾਬ ਦੀਆਂ ਜ਼ਮੀਨਾਂ ਨੇ, ਪੰਜਾਬ ਦੇ ਪਿੰਡ ਨੇ, ਉਹਦੇ ਦੇ ਬਾਰੇ ਕੀ ਸਟ੍ਰੈਸ ਕੀਤਾ ਗਿਆ। suggested all the states which are 50% or upward secured by irrigation। ਜਿਹੜੇ ਸਾਡੇ ਪਿੰਡ ਹੈਗੇ ਆ ਪੰਜਾਬ ਦੇ, ਜਿੱਥੇ 50% ਤੋਂ ਵੱਧ ਜਿਹੜੇ ਏਰੀਆ ਹੈਗੇ ਨੇ, 50% ਜਾਂ 50% ਤੋਂ ਵੱਧ ਸਿਕਿਉਰਡ ਨੇ। ਸਿਕਿਉਰ ਕਿਸ ਪੱਖੋਂ ਨੇ? ਇਰੀਗੇਸ਼ਨ ਦੇ ਚਾਰਜ, ਇਰੀਗੇਸ਼ਨ ਪੱਖੋਂ ਪੱਕੇ ਨੇ, ਜਾਂ ਤਾਂ ਖੇਤਾਂ 'ਚ ਟਿਊਬਵੈਲ ਲੱਗੇ ਹੋਏ ਨੇ, ਜਾਂ ਖੂਹ ਲੱਗੇ ਹੋਏ ਨੇ, ਜਾਂ ਨਹਿਰਾਂ ਲੰਘਦੀਆਂ ਹੈਗੀਆਂ ਨੇ। ਇਸ ਕਰਕੇ ਇਰੀਗੇਸ਼ਨ ਦਾ ਜਿਹੜਾ ਹੈਗਾ ਉਹਨਾਂ ਕੋਲੇ ਸਾਧਨ ਹੈਗੇ ਨੇ 50% ਤੋਂ ਵੱਧ, ਇੱਥੇ ਇਹ ਸਾਧਨ ਹੁਣ ਪੰਜਾਬ ਦੇ ਵਿੱਚ। ਨਾਟ ਲਾਇਬਲ ਟੂ ਫੇਲਰ ਇਨ ਦਾ ਟਾਈਮ ਆਫ ਡਰਾਟ। ਤਾਂ ਇਹ ਜਿਹੜੇ ਏਰੀਆ ਹੁੰਦੇ ਨੇ, ਇਹਨਾਂ ਏਰੀਆ ਦੇ ਵਿੱਚ ਜਿਹੜਾ ਡਰਾਟ ਦਾ ਜਿਹੜਾ ਸੋਕੇ ਦਾ ਜਿਹੜਾ ਚਾਂਸਸ ਹੈਗਾ ਬਹੁਤ ਘੱਟ ਹੁੰਦਾ ਹੈ, ਕਿਉਂਕਿ 50% ਤੋਂ ਵੱਧ ਏਰੀਆ ਨੂੰ ਜਿਹੜਾ ਪਾਣੀ ਲੱਗਦਾ ਹੈਗਾ। ਇਸ ਕਰਕੇ ਜਿਹੜਾ ਡਰਾਟ ਦੀ ਸੰਭਾਵਨਾ ਹੁੰਦੀ ਹੈ ਉਹ ਘੱਟ ਹੁੰਦੀ ਹੈ। ਨਾਟ ਲਾਇਬਲ ਟੂ ਫੇਲਰ ਇਨ ਦਾ ਟਾਈਮ ਆਫ ਡਰਾਟ। ਅਸੀਂ ਇਹ ਨਹੀਂ ਕਹਿ ਸਕਦੇ ਇੱਥੇ ਸੋਕਾ ਪੈ ਗਿਆ, ਠੀਕ ਹੈ, ਕਦੇ ਸੁਣਿਆ ਵੀ ਨਹੀਂ ਹੋਏਗਾ ਤੁਸੀਂ ਪੰਜਾਬ ਦੀ ਸੋਕਾ ਪਿਆ, ਠੀਕ ਹੈ, ਮੈਂ ਤਾਂ ਆਪਣੀ ਕਦੇ ਸਰਵਿਸ ਦੌਰਾਨ ਨਹੀਂ ਸੁਣਿਆ ਕਿ ਉੱਥੇ ਸੋਕਾ ਪੈ ਗਿਆ। ਇਰੀਗੇਸ਼ਨ ਦੇ ਚਾਰਜਸ ਆਪਣੇ ਕੋਲੇ ਜਾਂ ਟਿਊਬਵੈਲ ਹੁੰਦੇ ਆ ਜਾਂ ਨਹਿਰਾਂ ਦਾ ਇੰਤਜ਼ਾਮ ਹੈਗਾ, ਠੀਕ ਹੈ। ਇਸ ਕਰਕੇ ਇੱਥੇ ਕੀ ਹੈਗਾ ਵੀ ਇੱਥੇ ਲੋੜ ਨਹੀਂ ਪੈਂਦੀ, ਸਸਪੈਂਸ਼ਨ ਰਿਮਿਸ਼ਨ ਦੀ ਘੱਟ ਜ਼ਰੂਰਤ ਪੈਂਦੀ ਹੈ। ਸ਼ੁੱਡ ਬੀ ਕਲਾਸਡ ਐਜ਼ ਸਿਕਿਉਰਡ। ਉਹਨਾਂ ਪਿੰਡਾਂ ਨੂੰ, ਉਹਨਾਂ ਸਟੇਟਾਂ ਨੂੰ ਜਿੱਥੇ 50% ਤੋਂ ਵੱਧ ਚਾਂਸਸ ਹੈਗੇ ਨੇ, 50% ਤੋਂ ਵੱਧ ਸੋਰਸਸ ਆਫ ਇਰੀਗੇਸ਼ਨ ਹੈਗੇ ਨੇ, ਉਹਨਾਂ ਪਿੰਡਾਂ ਨੂੰ ਕਹਿੰਦੇ ਅਸੀਂ ਸਿਕਿਉਰ ਪਿੰਡ ਕਹਿੰਦੇ ਆ, ਕਿਉਂਕਿ ਉੱਥੇ ਜਿਹੜਾ ਹੈਗਾ ਸੋਕਾ ਪੈਣ ਦੀ ਸੰਭਾਵਨਾ ਨਹੀਂ ਹੁੰਦੀ। ਫਿਰ ਲਾਰਜ ਪਾਰਟ ਆਫ ਦਾ ਇਰੀਗੇਟਡ ਦੋ ਵੈਲਸ, ਕੈਨਾਲਸ, ਹਿਲ ਵਾਟਰ, ਜਿਹੜਾ ਲਾਰਜ ਪਾਰਟ ਹੁੰਦਾ ਹੈ ਇਰੀਗੇਸ਼ਨ ਦਾ, ਉਹ ਵੈਲਸ ਦਾ ਹੁੰਦਾ ਹੈ, ਖੂਹ ਦਾ ਹੁੰਦਾ ਹੈ, ਟਿਊਬਵੈਲ ਦਾ ਹੁੰਦਾ ਹੈ, ਜਾਂ ਨਹਿਰਾਂ ਦਾ ਹੁੰਦਾ, ਜਾਂ ਹਿਲ ਵਾਟਰ ਪਹਾੜੀ ਏਰੀਏ ਚੋਂ ਚੱਲ ਕੇ ਜਿਹੜੀ ਚੋਅ ਵਗੈਰਾ ਨਿਕਲ ਕੇ ਆਉਂਦੀਆਂ ਹੈਗੀਆਂ ਨੇ, ਜਾਂ ਉਹ ਵੀ ਜਿਹੜਾ ਪਾਣੀ ਸਟੋਰ ਕਰਕੇ ਜਿਹੜਾ ਹੈਗਾ ਉਹ ਵੀ ਯੂਜ਼ ਕੀਤਾ ਜਾ ਸਕਦਾ ਹੈ। ਇਹ ਪ੍ਰੂਵ ਕਰਦਾ ਹੈ ਪੰਜਾਬ ਦੇ ਵਿੱਚ, ਕੀ ਕਰਦਾ ਹੈ, ਪ੍ਰੂਵਸ ਇਨ ਦਾ ਪੰਜਾਬ ਨੋ ਨੀਡ ਟਾਈਮ ਟੂ ਟਾਈਮ ਅਸੈਸਮੈਂਟ। ਵੀ ਪੰਜਾਬ ਦੇ ਵਿੱਚ ਜਿਹੜੀ ਹੈਗੀ ਹੈ ਟਾਈਮ ਟੂ ਟਾਈਮ ਜਿਹੜੀ ਅਸੈਸਮੈਂਟ ਦੀ ਜਿਹੜੀ ਹੈਗੀ ਹੈ ਲੋੜ ਨਹੀਂ ਹੈਗੀ। ਜਿਹੜਾ ਮਾਮਲਾ ਹੈਗਾ ਲੈਂਡ ਰੈਵਨਿਊ ਹੈਗਾ ਵੀ ਉਹ ਫਲਕਚੁਏਟ ਨਹੀਂ ਹੋਣਾ ਚਾਹੀਦਾ। ਇਸ ਕਰਕੇ ਪੰਜਾਬ ਦੇ ਵਿੱਚ ਮੈਂ ਤਾਂ ਆਪਾਂ ਕਿਸੇ ਨੇ ਦੇਖਿਆ ਨਹੀਂ ਹੈਗਾ ਜਿਹੜਾ ਲੈਂਡ ਰੈਵਨਿਊ ਫਲਕਚੁਏਟ ਹੋਵੇ। ਆਪਣੇ ਜਿਹੜਾ ਲੈਂਡ ਰੈਵਨਿਊ ਹੈ ਉਹ ਸਾਰਾ ਮਤਲਬ ਫਿਕਸ ਲੈਂਡ ਰੈਵਨਿਊ ਹੈਗਾ। ਉਹਦਾ ਕਾਰਨ ਇਹੀ ਹੈ ਵੀ ਇਰੀਗੇਸ਼ਨ ਦੇ ਜਿਹੜੇ ਸਾਧਨ ਨੇ ਪੰਜਾਬ ਦੇ ਵਿੱਚ ਅੱਛੇ ਸਾਧਨ ਹੈਗੇ ਆ। ਦੈਨ ਜਨਰਲ ਰੂਲ ਕੀ ਹੈ ਸਸਪੈਂਸ਼ਨ ਰਿਮਿਸ਼ਨ ਦਾ? ਵਿਲ ਨਾਟ but in very exceptional cases circumstances applied। ਜਨਰਲ ਰੂਲ ਸਾਡੇ ਅਪਲਾਈ ਨਹੀਂ ਹੁੰਦਾ ਸਸਪੈਂਸ਼ਨ ਦੇ ਰਿਮਿਸ਼ਨ ਦਾ, ਪਰ ਜੇ ਕਿਤੇ ਸਾਡੇ ਐਕਸੈਪਸ਼ਨਲ ਕੇਸਿਸ ਕੋਈ ਆ ਜਾਂਦਾ ਹੈਗਾ, ਜਿਵੇਂ ਸਟ੍ਰੋਮ ਹੋਏਗਾ, ਗੜੇ ਪੈ ਗਏ, ਬਹੁਤ ਜ਼ਿਆਦਾ ਵੱਡੇ ਪੱਧਰ ਤੇ ਫਲੱਡ ਆ ਗਏ, ਠੀਕ ਹੈ, ਉਹਨਾਂ ਕੇਸਾਂ ਦੇ ਵਿੱਚ ਜਿਹੜਾ ਹੈਗਾ ਅਸੀਂ ਸਸਪੈਂਸ਼ਨ ਤੇ ਰਿਮਿਸ਼ਨ ਦਾ ਜਿਹੜਾ ਰੂਲ ਹੈ ਅਪਲਾਈ ਕਰ ਸਕਦੇ ਹਾਂ। ਅਦਰਵਾਈਜ਼ ਜ਼ਰੂਰਤ ਨਹੀਂ ਹੈਗੀ। ਵੈਰੀ ਐਕਸੈਪਸ਼ਨਲ ਕੇਸਿਸ ਸਰਕਮਸਟੈਂਸਿਸ ਅਪਲਾਈਡ, ਜਿੱਥੇ ਕਿਤੇ ਕੋਈ ਐਸੇ ਸਾਧਨ ਬਣ ਜਾਂਦਾ, ਐਸੇ ਸਰਕਮਸਟੈਂਸਿਸ ਬਣ ਜਾਣ ਕਿ ਲੋਕਾਂ ਕੋਲ ਮਾਮਲਾ ਨਾ ਭਰਿਆ ਜਾਵੇ, ਪਰ ਇਹ ਜਿਹੀ ਸਥਿਤੀ ਹੁੰਦਾ ਸਰਕਾਰ ਨੇ ਮਾਮਲਾ ਹੀ ਬੰਦ ਕਰਤਾ, ਉਹਦਾ ਸਸਪੈਂਸ਼ਨ ਤੇ ਰਿਮਿਸ਼ਨ ਦੀ ਜਿਹੜੀ ਜ਼ਰੂਰਤ ਹੀ ਖਤਮ ਹੋ ਗਈ, ਠੀਕ ਹੈ। ਜਨਰਲ ਯੂਜ਼ ਕਲਾਸ ਸਿਕਿਉਰ, ਆਪਣੇ ਜਿਹੜਾ ਪੰਜਾਬ ਦਾ ਹੈਗਾ ਮੈਕਸਿਮਮ ਏਰੀਆ ਜਿਹੜਾ ਹੈਗਾ ਉਹ ਸਿਕਿਉਰ ਕਲਾਸ ਦੇ ਵਿੱਚ ਆਉਂਦਾ ਹੈ, ਇਨਸਿਕਿਉਰ ਕਲਾਸ ਦੇ ਵਿੱਚ ਨਹੀਂ ਆਉਂਦਾ। ਨੈਕਸਟ ਹੈਗਾ ਅਸੀਂ ਪਹਿਲਾਂ 3 ਦੀਆਂ ਸੈਕਸ਼ਨਸ ਪੜ੍ਹ ਰਹੇ ਹਾਂ।
नेक्स्ट ਅਸੀਂ ਪੜ੍ਹ ਰਹੇ ਹਾਂ instructions regarding preparation of and submission of the maps। ਜਿਹੜੇ ਮੈਪ ਤਿਆਰ ਹੁੰਦੇ ਨੇ, ਜਿਵੇਂ ਆਪਾਂ ਗੱਲ ਕੀਤੀ ਹੈ ਕਲਰਫੁਲ ਮੈਪ ਜਿਹੜੇ ਬਣਦੇ ਤਹਿਸੀਲ ਲੈਵਲ ਤੇ ਸੈਟਲਮੈਂਟ ਆਫ ਡਿਪਾਰਟਮੈਂਟ ਦੇ ਵੱਲੋਂ ਜਦੋਂ ਬਣਾਏ ਜਾਂਦੇ ਹੈਗੇ ਆ, ਠੀਕ ਹੈ। ਉਹਨਾਂ ਦੀ ਗੱਲ ਕੀ ਜਿਹੜੇ ਆਲ ਦਾ ਮੈਪ ਸਬਮਿਟਡ ਸ਼ੁੱਡ ਬੀ ਇਨ ਗੁੱਡ ਟ੍ਰੇਸਿੰਗ ਕਲੌਥ, ਅੱਛਾ ਟ੍ਰੇਸ ਕੀਤਾ ਜਾਣ ਵਾਲਾ ਜਿਹੜਾ ਪੇਪਰ ਹੈ ਉਹ ਲੱਗਿਆ ਹੋਣਾ ਚਾਹੀਦਾ, ਕੱਪੜਾ ਲੱਗਿਆ ਹੋਣਾ ਚਾਹੀਦਾ ਜਿਸ ਉੱਪਰ ਵਧੀਆ ਤਰੀਕੇ ਨਾਲ ਜਿਹੜੀ ਟ੍ਰੇਸਿੰਗ ਹੈ ਉਹ ਹੁੰਦੀ ਹੈ। ਸ਼ੁੱਡ ਬੀ ਨੀਟਲੀ ਪ੍ਰਿਪੇਅਰਡ, ਸਾਫ ਸੁਥਰੇ ਬੰਨੇ ਹੁੰਦੇ ਨੇ। ਆਫਟਰ ਅਪਰੂਵਲ ਆਫ ਦਾ ਐਫਸੀਐਲ ਦੀ ਅਪਰੂਵਲ ਤੋਂ ਬਾਅਦ ਕੀ ਹੈਗਾ 4 ਕਾਪੀਜ਼ ਦੀਆਂ ਬਣਦੀਆਂ ਹੈਗੀਆਂ ਨੇ। ਜਦੋਂ ਅਪਰੂਵਲ ਹੋ ਕੇ ਆ ਜਾਂਦਾ ਇੱਕ ਨਕਸ਼ਾ, ਉਹਦੀਆਂ ਫਿਰ 4 ਕਾਪੀਆਂ ਬਣਦੀਆਂ ਨੇ। 4 ਕਾਪੀਆਂ ਦੇ ਵਿੱਚ ਜਿਹੜੀਆਂ ਹੈਗੀਆਂ ਇੱਕ ਕਲੈਕਟਰ ਕੋਲ ਭੇਜੀ ਜਾਂਦੀ ਹੈ, ਇੱਕ ਕਮਿਸ਼ਨਰ ਕੋਲ ਭੇਜੀ ਜਾਂਦੀ ਹੈ, ਇੱਕ ਡੀਆਰ ਕੋਲ ਭੇਜੀ ਜਾਂਦੀ ਹੈ ਤੇ ਐਫਸੀਐਲ ਕੋਲ ਭੇਜੀ ਜਾਂਦੀ ਹੈ। 4 ਕਾਪੀਆਂ ਵੱਖਰੀਆਂ ਬਣਦੀਆਂ ਨੇ ਐਕਸਟਰਾ। ਨੈਕਸਟ ਹੈ instruction number 7 scheme for working of suspension to be submitted। ਜਿਹੜੀ ਵਰਕਿੰਗ ਦੀ ਸਸਪੈਂਸ਼ਨ ਦੀ ਜਿਹੜੀ ਸਕੀਮ ਹੈਗੀ ਹੈ ਸਸਪੈਂਸ਼ਨ ਦੇ ਰਿਗਾਰਡਿੰਗ ਉਹ ਸਬਮਿਟ ਕੀਤੀ ਜਾਂਦੀ ਹੈ। ਕਿਹਦੇ ਵੱਲੋਂ ਸਬਮਿਟ ਕੀਤੀ ਜਾਂਦੀ ਹੈ? ਸਕੀਮ ਬਣਦੀ ਹੈ ਜਦੋਂ ਜਿਹੜੇ ਪਿੰਡ ਦੀ ਸੈਟਲਮੈਂਟ ਹੋ ਰਹੀ ਹੁੰਦੀ ਹੈ ਉਸ ਵੇਲੇ ਉਸ ਸੈਟਲਮੈਂਟ ਆਫੀਸਰ, ਠੀਕ ਹੈ, ਉਹ ਸਕੀਮ ਬਣਾਉਂਦਾ ਹੈਗਾ ਵੀ ਆਹ ਪਿੰਡ ਸਿਕਿਉਰ ਨੇ, ਆਹ ਇਨਸਿਕਿਉਰ ਨੇ, ਇੱਥੇ ਜਿਹੜਾ ਹੈਗਾ ਲੈਂਡ ਨੂੰ ਫਲਕਚੁਏਟ ਹੋਣਾ ਚਾਹੀਦਾ, ਇੱਥੇ ਫਿਕਸ ਹੋਣਾ ਚਾਹੀਦਾ ਹੈ। ਇਹ ਜਿਹੜੀ ਸਕੀਮ ਸਾਰੀ ਬਣਾਈ ਜਾਂਦੀ ਹੈ ਸੈਟਲਮੈਂਟ ਆਫੀਸਰ ਵੱਲੋਂ। ਵੈਨ ਫਾਰਵਰਡਿੰਗ ਦ ਮੈਪਸ, ਜਦੋਂ ਨਕਸ਼ੇ ਫਾਰਵਰਡ ਕੀਤੇ ਜਾਂਦੇ ਆ, ਸ਼ੁੱਡ ਸਬਮਿਟ ਐਟ ਦਾ ਸੇਮ ਟਾਈਮ। ਮੈਪਾਂ ਦੇ ਨਾਲ ਹੀ ਇਹ ਸਕੀਮ ਬਣ ਕੇ ਜਾਂਦੀ ਹੈ ਥਰੂ ਦਾ ਕਮਿਸ਼ਨਰ ਟੂ ਦਾ ਐਫਸੀਆਰ ਕੋਲ ਤੱਕ ਜਾਂਦੀ ਹੈ, ਕਲੈਕਟਰ ਕੋਲੋਂ ਹੋ ਕੇ, ਕਮਿਸ਼ਨਰ ਕੋਲੋਂ ਹੋ ਕੇ। ਕੇਅਰਫੁਲ ਸਕੀਮ ਆਫ ਸਸਪੈਂਸ਼ਨ ਡਿਊ ਟੂ ਡਰਾਊਟ ਫਲੱਡਸ, ਜਿੱਥੇ ਡਰਾਊਟ ਪੈਂਦਾ, ਸੋਕੇ ਪੈਂਦੇ ਆ ਜਾਂ ਜਿੱਥੇ ਫਲੱਡ ਆਉਂਦੇ ਆ ਉੱਥੇ ਬਹੁਤ ਧਿਆਨ ਦੇ ਨਾਲ ਜਿਹੜੀ ਇਹ ਸਕੀਮ ਹੈ ਤਿਆਰ ਕੀਤੀ ਜਾਂਦੀ ਹੈ। ਕੇਅਰ ਸ਼ੁੱਡ ਬੀ ਟੇਕਨ ਦੈਟ ਪ੍ਰਪੋਜ਼ਲ ਸਬਮਿਟਡ ਇਨ ਟਾਈਮ, ਵੀ ਸਮੇਂ ਸਿਰ ਜਿਹੜੀਆਂ ਇਹ ਪ੍ਰਪੋਜ਼ਲਾਂ ਨੇ ਤਾਂ ਕਿ ਸਮੇਂ ਸਿਰ ਜਿਹੜੀ ਹੈਗੀ ਸਸਪੈਂਸ਼ਨ ਦਾ ਜਿਹੜਾ ਐਡਮਿਸ਼ਨ ਦਾ ਜਿਹੜਾ ਆਰਡਰ ਹੈਗਾ ਉਹ ਸਮੇਂ ਸਿਰ ਹੋ ਜਾਵੇ। ਹਾਇਰ ਅਥਾਰਟੀਜ਼ ਵੱਲੋਂ ਇਸ ਜਿਹੜੀਆਂ ਸਕੀਮਾਂ ਨੇ ਸਮੇਂ ਸਿਰ ਭੇਜ ਦਿੱਤੀਆਂ ਜਾਂਦੀਆਂ ਨੇ, ਟਾਈਮਲੀ ਭੇਜ ਦਿੱਤੇ ਨੇ ਸੋ ਦੈਟ ਡਿਸੀਜਨ ਕੈਨ ਟੇਕਨ ਬੀ ਟਾਈਮਲੀ। ਨੈਕਸਟ ਸੈਕਸ਼ਨ ਨੰਬਰ 8 ਹੈਗੀ ਹੈ instructions regarding preparation of scheme regarding suspension। ਇੱਥੇ ਕੋਈ ਸਸਪੈਂਸ਼ਨ ਦੀ ਗੱਲ ਕੀਤੀ ਹੈ, ਐਡਮਿਸ਼ਨ ਦੀ ਗੱਲ ਨਹੀਂ ਕੀਤੀ ਗਈ। ਜਿਹੜੀਆਂ ਸਸਪੈਂਸ਼ਨ ਦੀਆਂ ਸਕੀਮਾਂ ਹੈਗੀਆਂ ਨੇ, ਇੰਸਟਰਕਸ਼ਨਸ ਕੀ ਨੇ? ਜਦੋਂ ਕੋਈ ਜਿਹੜਾ ਲੈਂਡ ਟਾਈਮ ਨੂੰ ਹੈਗਾ ਫਾਰ ਦਾ ਟਾਈਮਿੰਗ ਸਸਪੈਂਡ ਕਰਨਾ ਹੈ, ਇੱਕ ਫਸਲ ਜਾਂ 2 ਫਸਲਾਂ ਲਈ ਅੱਗੇ ਪਾਉਣਾ ਹੈ, ਵੀ ਬਾਅਦ ਚ ਆ ਕੇ ਕਲੈਕਟ ਕਰਾਂਗੇ ਇਸ ਫਸਲ ਲਈ ਤੇ ਜਿਹੜਾ ਇਕੱਠਾ ਨਾ ਕੀਤਾ ਜਾਵੇ, ਤਾਂ ਉਹਦੀ ਜਿਹੜੀ ਸਕੀਮ ਹੈਗੀ ਹੈ ਫੋਲੋ ਦਾ ਪ੍ਰਿੰਸੀਪਲ ਲੇ ਡਾਊਨ ਪੈਰਾ 561 LAM, ਜਿਹੜਾ ਇਹ ਪ੍ਰਿੰਸੀਪਲ ਦਿੱਤਾ ਗਿਆ ਇਹ 561 ਜਿਹੜਾ LAM ਦਾ ਪੈਰਾ ਹੈਗਾ ਉਹ 'ਚ ਦਿੱਤਾ ਗਿਆ। ਮੇਨ ਜਿਹੜਾ ਪ੍ਰਿੰਸੀਪਲ ਹੈ ਨੋ ਪਿਓਰਲੀ ਆਟੋਮੈਟਿਕ ਐਡਜਸਟਮੈਂਟ, ਕੋਈ ਆਟੋਮੈਟਿਕ ਐਡਜਸਟਮੈਂਟ ਨਹੀਂ ਹੈਗੀ। ਟਾਈਮਲੀ ਐਜ਼ ਪਰ ਦਾ ਉਸ ਵੇਲੇ ਦਾ ਜਿਹੜਾ ਮੌਸਮ ਹੈਗਾ ਉਹਦੇ ਮੁਤਾਬਕ ਉਸ ਵੇਲੇ ਦੀਆਂ ਫਸਲਾਂ ਦੇ ਹਾਲਾਤ ਨੂੰ ਮੁੱਖ ਰੱਖਦੇ ਹੋਏ ਜਿਹੜੀ ਇਹ ਸਕੀਮ ਬਣਾਈ ਜਾਂਦੀ ਹੈ ਸਸਪੈਂਸ਼ਨ ਦੀ। ਜੇ ਕਿਤੇ ਨੁਕਸਾਨ ਹੋਇਆ ਹੋਇਆ ਤਦ ਇਹ ਸਕੀਮ ਬਣਦੀ ਹੈ ਵੀ ਲੋਕ ਜਿਹੜੇ ਹੈਗੇ ਮਾਮਲਾ ਦੇਣ ਤੋਂ ਅਸਮਰਥ ਨੇ, ਤਦੀ ਸਕੀਮ ਬਣਾ ਕੇ ਭੇਜੀ ਜਾਂਦੀ ਹੈ। ਫਿਰ ਕੀ ਹੈ ਸਕੀਮ ਬਣਦੀ ਕਿਵੇਂ ਹੈ? ਇਹਦੇ ਸੰਬੰਧ ਵਿੱਚ ਕਹਿੰਦੇ ਜਿਹੜੀ ਤੁਹਾਡੀ ਉਸ ਪਿੰਡ ਦੀ ਜਿਹੜੀ ਓਲਡ ਹਿਸਟਰੀ ਹੈਗੀ ਹੈ, ਓਲਡ ਹਿਸਟਰੀ ਨੂੰ ਵੀ ਐਗਜ਼ਾਮਿਨ ਕੀਤਾ ਜਾਂਦਾ ਹੈ। ਪ੍ਰੈਜੈਂਟ ਰੈਵਨਿਊ ਸਰਕਮਸਟੈਂਸਸ ਜਿਹੜੇ ਹੈਗੇ ਨੇ, ਮੌਕੇ ਦੇ ਹਾਲਾਤ ਨੇ, ਉਹਨਾਂ ਨੂੰ ਮੁੱਖ ਰੱਖਦੇ ਹੋਏ ਪੁਰਾਣੀ ਹਿਸਟਰੀ ਦੇਖਦੇ ਹੋਏ ਪਿੰਡ ਦੀ ਪੁਰਾਣੇ ਬਜ਼ੁਰਗਾਂ ਦਾ ਡਿਸਕਸ ਕਰਕੇ ਜਾਂ ਪੁਰਾਣਾ ਰਿਕਾਰਡ ਦੇਖ ਕੇ, ਠੀਕ ਹੈ, ਤਾਂ ਉਸ ਵੇਲੇ ਉਸ ਤਰੀਕੇ ਨਾਲ ਜਿਹੜੀ ਸਕੀਮ ਹੈਗੀ ਹੈ ਉਹ ਤਿਆਰ ਕੀਤੀ ਜਾਂਦੀ ਹੈ। ਸਬਮਿਟਿੰਗ ਰਿਪੋਰਟਸ ਸੈਟਲਮੈਂਟ ਆਫੀਸਰ ਸ਼ੁੱਡ ਫਾਰਮਿੰਗ ਗਰਾਊਂਡਸ ਫਾਰ ਦਾ ਪ੍ਰਪੋਜ਼ਲਸ, ਜਦੋਂ ਇਹ ਗਰਾਊਂਡ ਪ੍ਰਪੋਜ਼ਲ ਭੇਜੀ ਜਾਣੀ ਹੈ ਮਾਮਲੇ ਨੂੰ ਸਸਪੈਂਡ ਕਰਨ ਦੇ ਸੰਬੰਧ ਵਿੱਚ, ਤਾਂ ਜਿਹੜੀਆਂ ਗਰਾਊਂਡਸ ਨੇ ਕਿਉਂ ਭੇਜੀ ਜਾ ਰਹੀ ਹੈ, ਕੀ ਕਾਰਨ ਹੈਗੇ, ਕੀ ਰੀਜ਼ਨ ਹੈਗੇ ਨੇ, ਠੀਕ ਹੈ, ਉਹ ਸਾਰੇ ਵਿੱਚ ਦੱਸਾਏ ਜਾਣਗੇ ਤਾਂ ਕਿ ਜਿਹੜਾ ਸੈਲਫ ਸਪੀਕਿੰਗ ਜਿਹੜਾ ਤੁਹਾਡੀ ਰਿਪੋਰਟ ਹੈਗੀ ਆ ਉਹ ਸੈਲਫ ਸਪੀਕ ਕਰਦੀ ਹੋਵੇ ਤੇ ਤਾਂ ਕਿ ਹਰ ਅਥਾਰਟੀ ਨੂੰ ਜਿਹੜਾ ਹੈਗਾ ਫੈਸਲਾ ਲੈਣ ਦੇ ਵਿੱਚ ਕੋਈ ਦਿੱਕਤ ਨਾ ਪੇਸ਼ ਆਵੇ। ਨੈਕਸਟ ਇੱਕ ਵਰਡ ਹੈਗਾ ਡੇਂਜਰ ਰੇਟ। ਡੇਂਜਰ ਰੇਟ ਕੀ ਹੈਗਾ? ਡੇਂਜਰ ਰੇਟ ਇਹ ਹੈਗਾ ਵੀ ਉਹ ਏਰੀਆ, ਉਹ ਇਲਾਕਾ ਜਿਵੇਂ ਆਪਾਂ ਇਨਸਿਕਿਉਰ ਕਹਿ ਲਈਏ, ਠੀਕ ਹੈ, ਟੂ ਏਡ ਡਿਸਟ੍ਰਿਕਟ ਆਫੀਸਰ, ਜ਼ਿਲ੍ਹੇ ਦੇ ਜਿਹੜੇ ਅਧਿਕਾਰੀਆਂ ਨੂੰ ਹੈਲਪ ਕਰਨ ਦੀ ਖਾਤਰ ਜਿੱਥੇ ਸਸਪੈਂਸ਼ਨ ਰਿਕੁਆਇਰਡ ਹੈਗੀ ਹੈ, ਠੀਕ ਹੈ, ਜਿੱਥੇ ਸਸਪੈਂਸ਼ਨ ਰਿਕੁਆਇਰਡ ਹੈਗੀ ਹੈ ਉਹਨਾਂ ਏਰੀਆ ਦੇ ਵਿੱਚ ਸਸਪੈਂਸ਼ਨ ਦੇ ਫੈਸਲੇ ਲੈਣ ਦੇ ਵਾਸਤੇ ਜਿਹੜਾ ਹੈਗਾ ਉੱਚ ਅਧਿਕਾਰੀਆਂ ਦੀ ਫਾਇਦੇ ਦੇ ਲਈ, ਉੱਚ ਅਧਿਕਾਰੀਆਂ ਦੀ ਉਹਦੇ ਲਈ ਏਡ ਦੇ ਲਈ, ਹੈਲਪ ਦੇ ਲਈ ਜਿਹੜਾ ਏਰੀਆ ਹੈਗਾ ਉਹ ਦਿਖਾਇਆ ਜਾਂਦਾ ਵੀ ਇਹ ਡੇਂਜਰ ਏਰੀਆ ਹੈਗਾ। ਡੇਂਜਰ ਰੇਟ ਸੋ ਸੈਟਲਮੈਂਟ ਆਫੀਸਰ ਸਪੈਸੀਫਾਈ ਜਿਹੜੀ ਇਨਸਿਕਿਉਰ ਏਰੀਆ ਹੁੰਦੇ ਨੇ, ਇਨਸਿਕਿਉਰ ਟਰੈਕ ਹੁੰਦੇ ਨੇ, ਇਨਸਿਕਿਉਰ ਅਸੈਸਮੈਂਟ ਸਰਕਲ ਹੁੰਦੇ ਨੇ, ਠੀਕ ਹੈ, ਉਹਨਾਂ ਨੂੰ ਸਪੈਸ਼ਲੀ ਤੌਰ ਤੇ ਉਹਨਾਂ ਨੂੰ ਦਿਖਾਇਆ ਜਾਂਦਾ ਹੈਗਾ ਇਹ ਡੇਂਜਰ ਏਰੀਆ, ਡੇਂਜਰ ਰੇਟ।
ਸਪੈਸੀਫਾਈ ਕੀਤਾ ਜਾਂਦਾ ਸੈਟਲਮੈਂਟ ਆਫੀਸਰ ਵੱਲੋਂ ਇਨਸਿਕਿਉਰ ਟਰੈਕਸ ਦੇ ਨੂੰ ਡਿਸਟ੍ਰਿਕਟ ਦੇ ਵਿੱਚ ਜਿਹੜੇ ਵੀ ਇਨਸਿਕਿਉਰ ਟਰੈਕ ਹੁੰਦੇ ਨੇ ਉਹ ਡੇਂਜਰ ਰੇਟ 'ਚ ਆ ਜਾਂਦੇ ਨੇ। ਇਫ ਨੈਸੈਸਰੀ ਈਚ ਅਸੈਸਮੈਂਟ ਸਰਕਲ ਜ਼ਿਆਦਾ ਤੌਰ ਤੇ ਹਰ ਸਰਕਲ ਦੇ ਦਿਖਾਇਆ ਜਾਣਾ ਹੁੰਦਾ ਹੈ, ਜਿਹੜਾ ਕਿ ਅਸੈਸਮੈਂਟ ਜਿਹੜਾ ਕਿ ਸੈਟਲਮੈਂਟ ਆਫੀਸਰ ਵੱਲੋਂ ਦਿਖਾਇਆ ਜਾਂਦਾ ਹੈ ਸੈਪਰੇਟਲੀ ਡੇਂਜਰ ਰੇਟ ਫॉर द पर्पस ऑफ इंडिकेटिंग those villages in which circumstances demand special inquiry। ਕੁਝ ਪਿੰਡ ਜਿਹੜੇ ਹੈਗੇ ਨੇ, ਕੁਝ ਸਟੇਟਸ ਐਸੀਆਂ ਹੈਗੀਆਂ ਨੇ ਜਿੱਥੇ ਇਹ ਜ਼ਿਆਦਾਤਰ ਕੋਈ ਜਿਹੜਾ ਨੁਕਸਾਨ ਹੁੰਦੇ ਰਹਿੰਦੇ ਨੇ, ਜਿੱਥੇ ਜ਼ਿਆਦਾਤਰ ਇਨਕੁਆਰੀ ਦੀ ਜ਼ਰੂਰਤ ਹੁੰਦੀ ਹੈਗੀ ਆ, ਉਹ ਜਿਹੜੀ ਏਰੀਆ ਡੇਂਜਰ ਰੇਟ 'ਚ ਆ ਜਾਂਦੇ ਨੇ। ਇਹ ਡਿਪੈਂਡ ਕਰਦਾ ਹੈ ਕਿ ਡੇਂਜਰ ਰੇਟ ਕੀ ਹੁੰਦਾ ਹੈ, ਇਹ ਜਿਹੜੀ ਫਸਲ ਦੇ ਮੈਚਿਓਰ ਹੋਣ ਤੇ ਕਿੰਨੀ ਪੈਦਾਵਾਰ ਹੁੰਦੀ ਸੀਗੀ ਇਨ ਨਾਰਮਲ ਅਸੈਸਮੈਂਟ ਦੇ ਵਿੱਚ। ਠੀਕ ਹੈ, ਜਦੋਂ ਨਾਰਮਲ ਅਸੈਸਮੈਂਟ ਦੀ ਜਿਹੜੀ ਪੈਦਾਵਾਰ ਹੈ ਦਸਾਈ ਜਾਂਦੀ ਹੈ, ਠੀਕ ਹੈ, ਉਸ ਤੋਂ ਜਦੋਂ ਘੱਟ ਪੈਦਾਵਾਰ ਹੁੰਦੀ ਹੈ ਤਾਂ ਉਹ ਡੇਂਜਰ ਰੇਟ ਮਤਲਬ ਕਿ ਬਣ ਜਾਂਦਾ ਹੈ। ਇਨ ਵਿਚ ਸਰਕਮਸਟੈਂਸਸ ਡਿਮਾਂਡ ਸਪੈਸ਼ਲ ਇਨਕੁਆਰੀ, ਇਹ ਜਿਹੜੇ ਡੇਂਜਰ ਰੇਟ ਦੇ ਜਿਹੜੇ ਪਿੰਡ ਹੁੰਦੇ ਨੇ, ਡੇਂਜਰ ਰੇਟ ਦੇ ਜਿਹੜੇ ਏਰੀਆ ਹੁੰਦੇ ਨੇ, ਉਹਨਾਂ ਦੀ ਸਪੈਸ਼ਲ ਇਨਕੁਆਰੀ ਹੁੰਦੀ ਹੈ। ਦਿਸ ਰੇਟ ਸ਼ੁੱਡ ਇੰਡੀਕੇਟ ਔਨ ਦਾ ਮੈਚਿਓਰਡ ਏਰੀਆ ਆਫ ਦਾ ਹਾਰਵੈਸਟ। ਜਿਹੜਾ ਇਹ ਰੇਟ ਹੈਗਾ ਜਦੋਂ ਫਸਲ ਪੱਕ ਜਾਂਦੀ ਹੈ, ਜਿਹੜਾ ਇਸ ਏਰੀਆ ਦੀ ਜਿਹੜੀ ਫਸਲ ਹੈ ਮੈਚਿਓਰ ਹੋ ਜਾਂਦੀ ਹੈ, ਉਹਦੇ ਤੇ ਡਿਪੈਂਡ ਕਰਦਾ ਹੈ ਐਟ ਦਾ ਨਾਰਮਲ ਰੇਟ। ਨਾਰਮਲ ਰੇਟ ਕੀ ਸੀਗਾ ਵਿਚ ਇਜ਼ ਅਸੈਸਡ ਐਟ ਦਾ ਸੈਟਲਮੈਂਟ ਔਨ ਦਾ ਮੈਚਿਓਰਡ ਏਰੀਆ। ਜਦੋਂ ਨਾਰਮਲ ਦੇ ਵਿੱਚ ਉਸ ਏਰੀਆ ਦੀ ਜਦੋਂ ਅਸੈਸਮੈਂਟ ਹੋਈ ਉਦੋਂ ਜਿਹੜਾ ਲੈਂਡ ਰੈਵਨਿਊ ਸੀ ਕੀ ਸੀਗਾ, ਠੀਕ ਹੈ, ਤੇ ਫਿਰ ਪੱਕਣ ਤੇ ਹੁਣ ਕੀ ਬਣਦਾ ਹੈਗਾ, ਤੇ ਉਹਦੇ ਮੁਤਾਬਕ ਇਹ ਜਿਹੜਾ ਫਸਲ ਦੇ ਪੱਕਣ ਤੇ ਡਿਪੈਂਡ ਕਰਦਾ ਹੈਗਾ। ਜਿਵੇਂ ਕਿ ਆਪਾਂ ਫਲਕਚੁਏਟ ਦੀ ਗੱਲ ਕਰ ਰਹੇ ਹਾਂ, ਡੇਂਜਰ ਰੇਟ ਉਹ ਏਰੀਆ ਹੁੰਦੇ ਨੇ ਜਿੱਥੇ ਜਿਹੜਾ ਮਾਮਲਾ ਹੈਗਾ ਇਨਸਿਕਿਉਰ ਏਰੀਆ, ਇਨਸਿਕਿਉਰ ਅਸੈਸਮੈਂਟ ਸਰਕਲ ਹੁੰਦੇ ਨੇ, ਜਿੱਥੇ ਫਲੱਡ ਆਉਂਦਾ ਰਹਿੰਦਾ ਹੈ। ਆਮ ਤੌਰ ਤੇ ਬੁਰਦਗੀ ਬਰਾਮਦਗੀ ਹੁੰਦੀ ਰਹਿੰਦੀ ਹੈ, ਲੂਵੀਨ ਡਲੂਵੀਨ ਹੁੰਦੀ ਰਹਿੰਦੀ ਹੈ, ਬੁਰਦਗੀ ਬਰਾਮਦਗੀ ਹੁੰਦੀ ਰਹਿੰਦੀ ਹੈ, ਤੇ ਕੋਈ ਫਲੱਡ ਫਲੂਡ ਦੇ ਜਿਹੜੇ ਜ਼ਿਆਦਾ ਚਾਂਸਸ ਹੁੰਦੇ ਨੇ, ਉਹ ਜਿਹੜੇ ਏਰੀਏ ਨੇ ਉਹਨਾਂ ਨੂੰ ਅਸੀਂ ਡੇਂਜਰ ਰੇਟ ਦੇ ਵਿੱਚ ਰੱਖਦੇ ਹੁੰਦੇ ਹਾਂ। ਸੈਟਲਮੈਂਟ ਔਨ ਦਾ ਮੈਚਿਓਰਡ ਏਰੀਆ ਫॉर द प्रिपेयर ऑफ द सेटलमेंट रिकॉर्ड। नेक्स्ट है इंस्ट्रक्शन नंबर 11 क्लासिफिकेशन ऑफ द स्टेट्स टू बी नोटेड बाय द सेटलमेंट ऑफिसर इन विलेज नोटबुक। जो ऐसी क्लासिफिकेशन जी जमीन ਦੀਆਂ ਹੁੰਦੀਆਂ ਨੇ ਬਣਾਈਆਂ ਜਾਂਦੀਆਂ ਨੇ ਵੀ ਆਹ ਕਲਾਸੀ ਆਹ ਜਿਹੜਾ ਏਰੀਆ ਹੈ ਇਹ ਸਿਕਿਉਰ ਹੈ, ਇਹ ਇਨਸਿਕਿਉਰ ਹੈ, ਠੀਕ ਹੈ, ਇਹਦੇ ਡੇਂਜਰ ਰੇਟ ਇਹ ਹੈਗੇ ਆ, ਤਾਂ ਇਹ ਜਿਹੜੀਆਂ ਸਾਰੀਆਂ ਨੋਟਬੁੱਕਸ ਜਿਹੜੀਆਂ ਕਾਰਵਾਈਆਂ ਹੁੰਦੀਆਂ ਨੇ, ਜਦੋਂ ਸੈਟਲਮੈਂਟ ਆਫਿਸਰ ਦੇ ਕੋਲ ਇੱਕ ਨੋਟਬੁੱਕ ਲੱਗੀ ਹੁੰਦੀ ਹੈ ਤਾਂ ਉਹ ਆਪਦੀ ਨੋਟਬੁੱਕ ਦੇ ਵਿੱਚ ਐਂਟਰੀਆਂ ਪਾਉਂਦਾ ਹੈਗਾ। ਹਰ ਤਹਿਸੀਲ ਦੀ ਇੱਕ ਵੱਖਰੀ ਨੋਟਬੁੱਕ ਲਗਾਈ ਜਾਂਦੀ ਹੈ, ਠੀਕ ਹੈ, ਉਸ ਨੋਟਬੁੱਕ ਦੇ ਵਿੱਚ ਸੈਟਲਮੈਂਟ ਆਫਿਸਰ ਵੱਲੋਂ ਐਂਟਰੀ ਪਾਈ ਜਾਂਦੀ ਹੈ ਐਂਡ ਦਾ ਕਲਾਸਿਸ ਇਨ ਵਿਚ ਦੇ ਹੈਵ ਪਲੇਸਡ ਇਟ, ਕਿਹੜਾ ਪਿੰਡ ਕਿਹੜੀ ਕਲਾਸ 'ਚ ਪੈਂਦਾ ਹੈ, ਜਾਂ ਜ਼ਿਆਦਾਤਰ ਤਾਂ ਇੱਕ ਪਿੰਡ ਨੂੰ ਹੀ ਦਿੱਤਾ ਜਾਂਦਾ, ਪਰ ਜੇਕਰ ਕਿਤੇ ਜ਼ਿਆਦਾ ਏਰੀਆ ਇਫੈਕਟ ਹੋਵੇ ਤਾਂ ਪਿੰਡ ਦੇ ਪਾਰਟ ਵੀ ਬਣਾਏ ਜਾ ਸਕਦੇ ਨੇ। ਅਸੈਸਮੈਂਟ ਸਰਕਲ ਪਿੰਡ ਦੇ 2 ਵੀ ਹੋ ਸਕਦੇ ਨੇ, 3 ਵੀ ਹੋ ਸਕਦੇ ਨੇ। ਨੈਕਸਟ ਹੈ ਸੈਕਸ਼ਨ ਜੀ, ਸਸਪੈਂਸ਼ਨ ਐਂਡ ਰਿਮਿਸ਼ਨ ਆਫ ਕੇसेस ਸੈਸਸ, ਸੌਰੀ ਤੁਹਾਡੀ ਬੁੱਕ ਸ਼ਾਇਦ ਕੇसेस ਲਿਖਿਆ ਹੋਵੇ, ਇਹਨੂੰ ਸੈਸਸ ਕਰ ਲਓ। ਸਸਪੈਂਸ਼ਨ ਐਂਡ ਰਿਮਿਸ਼ਨ ਆਫ ਸੈਸਸ, ਕੇसेस ਗਲਤ ਲਿਖਿਆ ਗਿਆ ਹੈ, ਇਹਨੂੰ ਸੈਸਸ ਲਿਖ ਲਓ। ਸੈਸਸ ਜਿਹੜੀਆਂ ਐਕਸਟਰਾ ਜਿਹੜੇ ਲੈਂਡ ਰੈਵਨਿਊ ਤੋਂ ਐਕਸਟਰਾ ਜਿਹੜੇ ਚਾਰजेस ਕੋਈ ਹੁੰਦੇ ਆ, ਠੀਕ ਹੈ, ਲੋਕਲ ਰੇਟ ਵਗੈਰਾ ਹੋ ਗਿਆ, ਨੰਬਰਦਾਰੀ ਹੋ ਗਈ, ਪਚੋਤਰਾ ਜਾਂ ਕੋਈ ਹੋਰ ਚਾਰजेस ਹੁੰਦੇ ਆ, ਉਹਨੂੰ ਆਪਾਂ ਸੈਸਸ ਕਹਿ ਦਿੰਦੇ ਹਾਂ। ਸਸਪੈਂਸ਼ਨ ਐਂਡ ਰਿਮਿਸ਼ਨ ਆਫ ਲੈਂਡ ਰੈਵਨਿਊ ਵੁੱਡ ਨਾਟ ਕੈਰੀ ਵਿਦ ਇਟ ਵਿਲੇਜ ਆਫਿਸਰ ਸੈਸ। ਜਿਹਨੇ ਸੈਸਸ ਹੁੰਦੀਆਂ ਨੇ ਕਹਿੰਦੇ ਇਹ ਕੈਰੀ ਫਾਰਵਰਡ ਨਹੀਂ ਹੁੰਦੀਆਂ, ਲੈਂਡ ਰੈਵਨਿਊ ਤੇ ਡਿਪੈਂਡ ਨਹੀਂ ਕਰਦੀਆਂ, ਲੈਂਡ ਰੈਵਨਿਊ ਇੱਕ ਵੱਖਰਾ ਹੈਗਾ। ਇਹ ਜਿਹੜੀਆਂ ਸੈਸਸ ਹੈਗੀਆਂ ਨੇ ਇਹ ਵੱਖਰੀਆਂ ਹੁੰਦੀਆਂ ਨੇ, ਇਹ ਕੈਰੀ ਫਾਰਵਰਡ ਨਹੀਂ ਹੁੰਦੀਆਂ, ਇਹ ਉਹਦੇ ਮੁਤਾਬਕ ਨਹੀਂ ਚੱਲਦੀਆਂ। ਜਿਵੇਂ ਵਿਲੇਜ ਆਫਿਸ ਦੀ ਜਿਹੜੀ ਸੈਸ ਹੈਗੀ ਹੈ, ਠੀਕ ਹੈ, ਇਹਦੇ 'ਚ ਮਾਫੀ ਨਹੀਂ ਕੀਤੀ ਗਈ। ਜੇ ਲੈਂਡ ਰੈਵਨਿਊ ਘਟ ਗਿਆ ਤਾਂ ਇਹ ਆਪਣੇ ਆਪ ਹੀ ਘਟ ਗਈ, ਇਹ 5% ਲੈਣੀ ਹੈ। ਜੇ ਲੈਂਡ ਰੈਵਨਿਊ 50% ਰਹਿ ਗਿਆ ਤਾਂ ਇਹ ਆਟੋਮੈਟਿਕਲੀ 50% ਰਹਿ ਜਾਂਦੀ ਹੈ ਜਿਹੜੀ ਵਿਲੇਜ ਆਫਿਸ ਦੀ ਸੈਸ ਹੈਗੀ ਹੈ। ਇਸ ਕਰਕੇ ਇਹ ਕਿਹਾ ਗਿਆ ਵੀ ਇਹਨਾਂ ਨੂੰ ਘਟਾਉਣ ਵਧਾਉਣ ਦੀ ਜ਼ਰੂਰਤ ਨਹੀਂ ਪੈਂਦੀ, ਇਹ ਆਟੋਮੈਟਿਕਲੀ ਘਟ ਵੱਧ ਜਾਂਦੀਆਂ ਨੇ। ਦਾ ਹੈਡਮੈਨ will receive his ਪਚੋਤਰਾ equal to the 5% of the land revenue, ਠੀਕ ਹੈ। ਲੈਂਡ ਰੈਵਨਿਊ ਰੂਲ ਦੱਸੇ ਗਏ ਨੇ, ਉਹ 'ਚ ਆਪਾਂ ਪੜ੍ਹਿਆ ਸੀ, ਪਰ ਫਿਰ ਬਾਅਦ 'ਚ ਅਮੈਂਡਮੈਂਟ ਹੋ ਕੇ 10% ਹੋ ਗਿਆ ਸੀਗਾ, ਠੀਕ ਹੈ। ਰੂਲਸ ਰਿਗਾਰਡਿੰਗ ਸਸਪੈਂਸ਼ਨ ਰਿਮਿਸ਼ਨ ਆਫ ਦਾ ਲੋਕਲ ਰੇਟ ਦੇ ਸੰਬੰਧ ਵਿੱਚ ਕੀ ਹੈਗਾ, ਸਟੇਟਡ ਇਨ ਪੈਰਾ 578 ਆਫ ਦਾ ਲੈਂਡ ਐਡਮਿਨਿਸਟ੍ਰੇਸ਼ਨ ਮੈਨੂਅਲ। ਜਿਹੜੀ ਹੈਗੀ ਆ ਲੋਕਲ ਰੇਟ ਦੀ ਸਸਪੈਂਸ਼ਨ ਰਿਮਿਸ਼ਨ ਹੁੰਦੀ ਹੈ। ਲੋਕਲ ਰੇਟ ਦੀ ਸਸਪੈਂਸ਼ਨ ਰਿਮਿਸ਼ਨ ਡਿਪੈਂਡ ਕਰਦੇ ਕਾਹਦੇ ਤੇ,
ਜ਼ਿਲ੍ਹਾ ਪਰਿਸ਼ਦ ਪੰਚਾਇਤ ਸਮਿਤੀ, ਠੀਕ ਹੈ, ਕਿਉਂਕਿ ਲੋਕ ਰੇਟ ਦਾ ਜਿਹੜਾ 60% ਪੈਸਾ ਹੁੰਦਾ ਉਹ ਪੰਚਾਇਤ ਸਮਿਤੀ ਨੂੰ ਜਾਂਦਾ ਸੀਗਾ, 40% ਜਿਹੜਾ ਪੇਮੈਂਟ ਸੀਗੀ ਉਹ ਜ਼ਿਲ੍ਹਾ ਪਰਿਸ਼ਦ ਦਾਖਲ ਹੁੰਦੀ ਸੀ। ਸਸਪੈਂਸ਼ਨ ਐਂਡ ਰਿਮਿਸ਼ਨ ਦੇ ਜਿਹੜੇ ਰੂਲਸ ਹੈਗੇ ਆ, ਇਸ ਕਰਕੇ ਇਹ ਜਿਹੜਾ ਲੈਂਡ ਐਡਮਿਨਿਸਟ੍ਰੇਸ਼ਨ ਮੈਨੂਅਲ ਹੈਗਾ 578 ਹੈ, ਉਹ 'ਚ ਦੱਸੇ ਗਏ ਨੇ ਇਹਦੇ ਸੰਬੰਧੀ। ਇਹ ਬਣਾਏ ਕਿਵੇਂ ਜਾਂਦੇ ਨੇ? ਸਸਪੈਂਸ਼ਨ ਐਂਡ ਰਿਮਿਸ਼ਨ ਇਜ਼ ਟੂ ਬੀ ਮੇਡ ਅੰਡਰ ਪੰਚਾਇਤ ਸਮਿਤੀ ਐਂਡ ਜ਼ਿਲ੍ਹਾ ਪਰਿਸ਼ਦ ਐਕਟ 1961, ਠੀਕ ਹੈ। ਪੰਚਾਇਤ ਸਮਿਤੀ ਐਂਡ ਜ਼ਿਲ੍ਹਾ ਪਰਿਸ਼ਦ ਜਿਹੜਾ ਐਕਟ ਹੈਗਾ 1961 ਹੈਗਾ, ਉਹਦੇ ਅਧੀਨ ਇਹ ਰੂਲ ਬਣਾਏ ਜਾਂਦੇ ਹੈਗੇ ਆ। ਨੈਕਸਟ ਅਸੀਂ ਪੜਾਂਗੇ ਰਿਲੀਫ ਟੂ ਦਾ ਟੇਨੈਂਟਸ, ਪੈਰਾ 25। ਦੇਖੋ ਉੱਪਰ ਆਪਾਂ ਗੱਲ ਕਰਕੇ ਗਏ ਸੀਗੇ ਸਾਰੀ ਲੈਂਡ ਰੈਵਨਿਊ ਦੀ, ਲੈਂਡ ਰੈਵਨਿਊ 'ਚ ਘਾਟਾ ਵਾਧਾ ਕਦੋਂ ਕਰਨਾ ਹੈ, ਠੀਕ ਹੈ, ਸਸਪੈਂਸ਼ਨ ਰਿਮਿਸ਼ਨ ਕਦੋਂ ਕਰਨੀ ਹੈ। ਰੀਜ਼ਨ ਸੋਕਾ ਪੈ ਗਿਆ, ਫਲੱਡ ਆ ਗਏ, ਠੀਕ ਹੈ, ਅਰਥਕੁਏਕ ਆ ਗਿਆ, ਜਾਂ ਕੋਈ ਹੋਰ ਬਿਮਾਰੀ ਪੈ ਗਈ ਫਸਲਾਂ ਨੂੰ, ਜਿਸ ਦੇ ਬੇਸ ਤੇ ਜਿਹੜਾ ਹੈਗਾ ਸੀ ਸਸਪੈਂਸ਼ਨ ਤੇ ਰਿਮਿਸ਼ਨ ਕੀਤੀ ਜਾਂਦੀ ਹੈ। ਹੁਣ ਗੱਲ ਆ ਗਈ ਟੇਨੈਂਟ ਦੀ, ਵੀ ਜਿਹੜੇ ਕਿਰਾਏਦਾਰ ਹੁੰਦੇ ਨੇ, ਟੇਨੈਂਟ ਹੁੰਦੇ ਨੇ, ਕਿ ਜੇ ਲੈਂਡ ਨੂੰ ਘਟਦਾ ਵੱਧਦਾ ਹੈਗਾ, ਸਸਪੈਂਸ਼ਨ ਰਿਮਿਸ਼ਨ ਹੁੰਦੀ ਹੈ, ਕਿ ਟੇਨੈਂਟਸ ਨੂੰ ਵੀ ਕੋਈ ਬੈਨੀਫਿਟ ਦੇਣਾ ਹੈ, ਜਾਂ ਟੇਨੈਂਟ ਨੇ ਕਿਸੇ ਨੇ ਮੰਨ ਲਓ ਜਿੱਦਾਂ ਇਨਕਾਇੰਡ ਟੇਨੈਂਟ ਨੇ ਦੇਣਾ ਹੈ, ਫਿਰ ਤਾਂ ਟੇਨੈਂਟ ਦੀ ਇਨਕਾਇੰਡ, ਜੇ ਫਸਲ ਹੀ ਘਟ ਗਈ ਤਾਂ ਫਸਲ ਆਪਦੇ ਵੀ ਉਹਦੀ ਘਟ ਗਈ, ਮਾਲਕ ਨੂੰ ਜਿਹੜੀ ਦੇਣੀ ਉਸਨੇ, ਠੀਕ ਹੈ। ਜੇ ਕਿਤੇ ਲੈਂਡ ਨੂੰ ਇਨ ਕੈਸ਼ ਦੇਣਾ ਹੈ, ਸੌਰੀ ਲੈਂਡ ਨੂੰ ਨਹੀਂ, ਜੇਕਰ ਰੈਂਟ ਇਨ ਕੈਸ਼ ਦੇਣਾ ਹੈ ਟੇਨੈਂਟ ਨੇ ਮਾਲਕ ਨੂੰ, ਤਾਂ ਜਦੋਂ ਮਾਮਲਾ ਤਾਂ ਘਟਾ ਦਿੱਤਾ ਤਾਂ ਕਿ ਉਹਦੀ ਰੈਂਟ ਤੇ ਵੀ ਇਫੈਕਟ ਪਏਗਾ, ਰੈਂਟ ਵੀ ਘਟੇਗਾ ਜਾਂ ਵਧੇਗਾ, ਘਟੇਗਾ ਜਾਂ ਨਹੀਂ ਘਟੇਗਾ, ਉਹਦੇ ਸੰਬੰਧ ਵਿੱਚ ਇਹ ਕਿਹਾ ਗਿਆ ਜਿਹੜਾ ਰਿਲੀਫ ਹੈ ਟੂ ਦਾ ਟੇਨੈਂਟਸ, ਜਿਹੜਾ ਇਹ ਪੈਰਾ 25 ਹੈਗਾ, ਠੀਕ ਹੈ, ਇਹ ਰਿਲੇਟ ਕਰਦਾ ਹੈਗਾ ਟੇਨੈਂਟ ਦੇ ਕਿਰਾਏ ਦੇ ਨਾਲ ਸੰਬੰਧਿਤ ਹੈਗਾ। ਲੈਂਡਲॉर्ड ਨੀਡ ਨਾਟ ਟੂ ਬੀ ਕੰਸੀਡਰਡ the question of suspension and remission of rents। ਇੱਥੇ ਗੱਲ ਕੀਤੀ ਕਿ ਵੀ ਇਹ ਲੈਂਡਲॉर्ड ਦੀ ਗੱਲ ਵੱਖਰੀ ਹੈ, ਲੈਂਡਲॉर्ड ਤੇ ਡਿਪੈਂਡ ਨਹੀਂ ਕਰਦੀ ਇਹ ਗੱਲ, ਇਹ ਡਿਪੈਂਡ ਕਰਦੀ ਹੈ ਫਸਲ ਤੇ, ਪੈਦਾਵਾਰ ਤੇ। ਜਿਹੜਾ ਕੁਐਸਚਨ ਹੈਗਾ ਸਸਪੈਂਸ਼ਨ ਤੇ ਰਿਮਿਸ਼ਨ ਦਾ ਆਫ ਦਾ ਰੈਂਟ ਦਾ ਹੈਗਾ ਅੰਡਰ ਦਾ ਪ੍ਰੋਵੀਜ਼ਨ ਆਫ ਸੈਕਸ਼ਨ 30, ਉੱਪਰ ਆਪਾਂ ਪੜ੍ਹ ਕੇ ਆਏ ਜਿਹੜਾ ਸੈਕਸ਼ਨ 30 ਪੜ੍ਹਿਆ ਆਪਾਂ ਨੇ, ਸਟੈਂਡਿੰਗ ਆਰਡਰ 30 ਪੜ੍ਹਿਆ ਜਿਹੜਾ ਆਪਾਂ ਨੇ, ਅੰਡਰ ਦਾ ਪ੍ਰੋਵੀਜ਼ਨ ਸੈਕਸ਼ਨ 30 ਆਫ ਦਾ ਪੰਜਾਬ ਟੈਨੈਂਸੀ ਐਕਟ। ਜਿਹੜਾ ਪੰਜਾਬ ਟੈਨੈਂਸੀ ਐਕਟ ਹੈ ਉਹ ਸਾਰਾ ਹੀ ਲੈਂਡਲॉर्ड ਤੇ ਟੇਨੈਂਟ ਦੇ ਸੰਬੰਧ ਵਿੱਚ ਹੈਗਾ। ਸ਼ਾਇਦ ਆਪਾਂ ਪੜ੍ਹ ਲਿਆ ਜਾਂ ਨਹੀਂ ਪੜ੍ਹਿਆ ਅਜੇ, ਵੀ ਜਿਹੜਾ ਲੈਂਡ ਰੈਵਨਿਊ ਹੈ ਆਪਾਂ ਪੜ੍ਹਦੇ ਤਾਂ ਆ ਰਹੇ ਵੀ ਲੈਂਡ ਰੈਵਨਿਊ ਦੀ ਕਦੋਂ ਘਟਾਉਣਾ ਹੈ, ਕਦੋਂ ਵਧਾਉਣਾ ਹੈ। ਜਦੋਂ ਜਿਹੜਾ ਫਸਲ ਦੀ ਪੈਦਾਵਾਰ ਵੱਧ ਜਾਵੇ ਤਾਂ ਮਾਲਕ ਦਾਅਵਾ ਪਾ ਸਕਦਾ ਹੈ ਵੀ ਮੇਰਾ ਜਿਹੜਾ ਕਿਰਾਇਆ ਵਧਾਇਆ ਜਾਵੇ। ਜਦੋਂ ਕਿਤੇ ਜ਼ਮੀਨਾਂ ਖਰਾਬ ਹੋ ਗਈਆਂ, ਪੈਦਾਵਾਰ ਘਟ ਗਈ, ਠੀਕ ਹੈ, ਤਾਂ ਟੇਨੈਂਟ ਜਿਹੜੇ ਦਾਅਵੇ ਪਾਉਂਦੇ ਆ ਵੀ ਸਾਡਾ ਲੈਂਡ ਰੈਵਨਿਊ ਘਟਾਇਆ ਜਾਵੇ। ਇਹ ਸੈਕਸ਼ਨ 30 ਕਹਿੰਦੇ ਹੈਗਾ ਜਿਹੜਾ ਪੰਜਾਬ ਟੈਨੈਂਸੀ ਐਕਟ ਦਾ, ਸ਼ਾਇਦ ਆਪਾਂ ਪੜ੍ਹ ਲਿਆ ਜਾਂ ਨਹੀਂ, ਮੇਰੇ ਧਿਆਨ 'ਚ ਨਹੀਂ ਹੈਗਾ। ਉਹਦੇ ਮੁਤਾਬਕ ਜਿਹੜਾ ਟੇਨੈਂਟ ਦਾ ਜਿਹੜਾ ਕਿਰਾਇਆ ਹੈਗਾ ਜਿਹੜਾ ਮਾਲਕ ਨੂੰ ਪੇ ਕੀਤਾ ਜਾਣਾ ਹੈ, ਠੀਕ ਹੈ, ਡਿਸਕਸਡ ਇਨ ਪੈਰਾ 568 ਆਫ ਦਾ ਲੈਂਡ LAM ਦੇ ਪੈਰਾ 568 ਹੈ, ਉਹ 'ਚ ਵੀ ਦੱਸਿਆ ਗਿਆ ਹੈ ਪਾਵਰ ਸ਼ੁੱਡ ਬੀ ਐਕਸਰਸਾਈਜ਼ ਅੰਡਰ ਸੈਕਸ਼ਨ 30। ਜਿਹਨੇ ਰੈਵਨਿਊ ਆਫਿਸਰ ਨੇ ਪਾਵਰ ਯੂਜ਼ ਕਰਨੀਆਂ ਨੇ ਉਹ ਅੰਡਰ ਸੈਕਸ਼ਨ 30 ਯੂਜ਼ ਕਰਨੀਆਂ ਨੇ ਪੰਜਾਬ ਟੈਨੈਂਸੀ ਐਕਟ ਦੇ ਤਹਿਤ, ਯਾਨੀ ਕਿ ਘਟਾਇਆ ਵਧਾਇਆ ਜਾ ਸਕਦਾ, ਰੈਂਟ ਵੀ ਘਟਾਇਆ ਵਧਾਇਆ ਜਾ ਸਕਦਾ ਹੈ, ਠੀਕ ਹੈ। ਜੇ ਰਿਮਿਸ਼ਨ ਲੈਂਡ ਰੈਵਨਿਊ ਦੀ ਰਿਮਿਸ਼ਨ ਹੁੰਦੀ ਹੈ, ਆਪਾਂ ਪੜ੍ਹਿਆ ਸੀਗਾ, ਮੈਂ ਪੜ੍ਹਿਆ ਸੀਗਾ, ਤੁਹਾਨੂੰ ਪੜ੍ਹਾਦਾ ਜਾਂ ਨਹੀਂ ਪੜ੍ਹਾਦਾ ਮੈਨੂੰ ਯਾਦ ਨਹੀਂ, ਜੇ ਲੈਂਡ ਰੈਵਨਿਊ ਦੀ ਰਿਮਿਸ਼ਨ ਹੁੰਦੀ ਹੈ ਤਾਂ ਉਹਦੇ ਅਕੋਰਡਿੰਗ ਜਿਹੜਾ ਟੇਨੈਂਟ ਹੈਗਾ, ਟੇਨੈਂਟ ਦਾ ਜਿਹੜਾ ਕਿਰਾਇਆ ਹੈਗਾ ਉਹ ਵੀ ਰਿਮਿਟ ਕੀਤਾ ਜਾਂਦਾ ਹੈ। ਜੇ ਲੈਂਡ ਰੈਵਨਿਊ ਸਸਪੈਂਡ ਹੁੰਦਾ ਹੈ ਤਾਂ ਟੇਨੈਂਟ ਦਾ ਜਿਹੜਾ ਰੈਂਟ ਹੈਗਾ ਉਹ ਵੀ ਸਸਪੈਂਡ ਹੋ ਜਾਂਦਾ ਫਾਰ ਦਾ ਟਾਈਮ ਬਿੰਗ, ਜਿੰਨੀ ਦੇਰ ਲਈ ਲੈਂਡ ਰੈਵਨਿਊ ਰੈਂਟ ਹੁੰਦਾ। ਲੈਂਡ ਰੈਵਨਿਊ ਦੀ ਜਿਹੜੀ ਰਿਕਵਰੀ ਹੋਈ ਹੈ ਉਹ ਸਸਪੈਂਡ ਕੀਤੀ ਜਾਂਦੀ ਹੈ, ਤੇ ਜਿਹੜਾ ਟੇਨੈਂਟ ਦਾ ਜਿਹੜਾ ਕਿਰਾਇਆ ਹੈਗਾ ਉਹ ਵੀ ਉਸ ਟਾਈਮ ਦੇ ਲਈ ਸਸਪੈਂਡ ਹੋ ਜਾਂਦਾ ਹੈਗਾ। ਇੱਥੇ ਗੱਲ ਕੀਤੀ ਗਈ ਹੈ ਸੈਕਸ਼ਨ 30 ਦੇ ਵਿੱਚ, ਪੰਜਾਬ ਟੈਨੈਂਸੀ ਐਕਟ ਦੇ ਵਿੱਚ ਇਫੈਕਟਿਵ ਜਿਹੜੀ ਰਿਲੀਫ ਹੈਗੀ ਹੈ ਮੇ ਬੀ ਗਿਵਨ ਟੂ ਦਾ ਟੇਨੈਂਟਸ, ਠੀਕ ਹੈ, whose poverty of the tenant whose poverty and circumstances demands, ਵੀ ਲੋੜ ਕੀ ਕਹਿੰਦੀ ਹੈ, ਠੀਕ ਹੈ, ਟੇਨੈਂਟ ਦੀ ਮਾਲੀ ਹਾਲਤ ਕਿਹੋ ਜਿਹੀ ਹੈਗੀ ਹੈ, ਉਹ ਉੱਥੇ ਉਹਦੇ ਹਾਲਾਤ ਕਿਹੋ ਜਿਹੇ ਬਣ ਚੁੱਕੇ ਨੇ ਫਸਲਾਂ ਖਰਾਬ ਹੋਣ ਦੇ ਨਾਲ, ਠੀਕ ਹੈ, ਉਹਦਾ ਕੀ ਉਸ ਵੇਲੇ ਜਿਹੜੀ ਇਕਨੋਮਿਕਲ ਜਿਹੜੀ ਪੋਜੀਸ਼ਨ ਹੈ ਕੀ ਹੈਗੀ ਹੈ, ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜਾ ਹੈਗਾ ਜਾਂ ਰੈਂਟ ਹੈਗਾ ਉਹਨੂੰ ਜਿਹੜਾ ਘਟਾਇਆ ਵਧਾਇਆ ਸਕਦਾ ਹੈ, ਰਿਲੀਫ ਜਿਹੜੀ ਦਿੱਤੀ ਜਾ ਸਕਦੀ ਟੇਨੈਂਟ ਨੂੰ। ਨੈਕਸਟ ਅਸੀਂ ਪੜ੍ਹਦੇ ਹਾਂ ਰਿਡਕਸ਼ਨ ਆਫ ਅਸੈਸਮੈਂਟ ਔਨ ਅਕਾਊਂਟ ਆਫ ਡੈਟੋਰੇਸ਼ਨ। ਲਾਸਟ ਹੈਗਾ ਜੀ ਇਹ I ਸੈਕਸ਼ਨ I, ਰਿਡਕਸ਼ਨ ਆਫ ਅਸੈਸਮੈਂਟ ਔਨ ਅਕਾਊਂਟ ਆਫ ਡੈਟੋਰੇਸ਼ਨ।
ਰਿਵੀਜ਼ਨ ਦੀ ਗੱਲ ਕੀਤੀ ਹੈ। ਪੈਰਾ 26 ਰਿਵੀਜ਼ਨ ਆਫ ਅਸੈਸਮੈਂਟ ਡਿਊ ਟੂ ਦ ਕਲੈਮਿਟੀ ਆਫ ਰੀਜ਼ਨ ਐਟਸੈਟਰਾ। ਡਿਊ ਟੂ ਕਲੈਮਿਟੀ ਆਫ ਸੀਜ਼ਨ, ਕੋਈ ਸੀਜ਼ਨ ਚੰਗਾ ਮਾੜਾ ਆ ਗਿਆ, ਠੀਕ ਹੈ, ਉਸ ਸੀਜ਼ਨ ਦੇ ਵਿੱਚ ਕੀ ਹੈਗਾ, ਜਿਵੇਂ ਬਰਸਾਤਾਂ ਬਹੁਤ ਜ਼ਿਆਦਾ ਪੈ ਗਈਆਂ, ਰੇਨਫਾਲ ਬਹੁਤ ਜ਼ਿਆਦਾ ਹੋ ਗਈ, ਫਸਲਾਂ ਖਰਾਬ ਹੋ ਗਈਆਂ, ਠੀਕ ਹੈ, ਉਹਦੇ ਕਰਕੇ ਕੀ ਹੈਗਾ, ਫਸਲਾਂ ਨੂੰ ਬਿਮਾਰੀ ਪੈ ਗਈ ਕੋਈ, ਤੇ ਰਿਵੀਜ਼ਨ ਕੀਤੀ ਜਾ ਸਕਦੀ ਹੈ। ਫਿਰ ਅਸੈਸਮੈਂਟ ਰਿਵਾਈਜ਼ ਕੀਤੀ ਜਾ ਸਕਦੀ ਹੈ। ਇਹ ਜਿਹੜੇ ਹੈਗੇ ਨੇ, ਇਹਦੇ ਸੰਬੰਧ ਵਿੱਚ ਜਿਹੜਾ ਹੈਗਾ ਤੁਹਾਡਾ LAM ਦੇ ਜਿਹੜੇ 579 ਤੋਂ 583 ਪੈਰੇ ਹੈਗੇ ਨੇ, ਉਹਦੇ ਵਿੱਚ ਜਿਹੜੀਆਂ ਇਹ ਹਦਾਇਤਾਂ ਹੈਗੀਆਂ ਦੱਸੀਆਂ ਗਈਆਂ ਨੇ। ਫਿਰ ਫਾਈਨੈਂਸ਼ੀਅਲ ਕਮਿਸ਼ਨਰ ਮੇ ਆਰਡਰ ਦਾ ਅਸੈਸਮੈਂਟ ਆਫ ਸਟੇਟ ਟੂ ਬੀ ਰਿਵਾਈਜ਼ਡ। FCR ਵੱਲੋਂ ਆਰਡਰ ਕੀਤਾ ਜਾ ਸਕਦਾ ਹੈ ਵੀ ਜਿਹੜੀ ਅਸੈਸਮੈਂਟ ਹੈਗੀ ਹੈ ਇਹ ਰਿਵਾਈਜ਼ ਕੀਤੀ ਜਾਵੇ। ਰਿਵਾਈਜ਼ ਕਰਕੇ ਆਪਾਂ ਅਸੈਸਮੈਂਟ ਦਾ ਜਿਹੜਾ ਚੈਪਟਰ ਪੜ੍ਹਿਆ ਸੀਗਾ ਲੈਂਡ ਰੈਵਨਿਊ ਐਕਟ ਦੇ ਵਿੱਚ, ਅਸੈਸਮੈਂਟ ਆਫ ਦਾ ਜਿਹੜਾ ਚੈਪਟਰ ਹੈ ਪੂਰਾ ਡਿਟੇਲ ਪੜ੍ਹਿਆ ਸੀਗਾ, ਉਸ ਐਕਟ ਦੇ ਤਹਿਤ, ਠੀਕ ਹੈ, ਜਿਹੜੀ ਅਸੈਸਮੈਂਟ ਹੈਗੀ ਹੈ ਦੁਬਾਰਾ ਕੀਤੀ ਜਾ ਸਕਦੀ ਹੈ। ਉਸ ਏਰੀਆ ਦੀ ਅਸੈਸਮੈਂਟ ਕਰਕੇ ਜਿਹੜਾ ਲੈਂਡ ਰੈਵਨਿਊ ਹੈਗਾ ਉਹ ਘਟਾਇਆ ਜਾ ਸਕਦਾ ਹੈ। ਓਇੰਗ ਟੂ ਦਾ ਕਲੈਮਟੀ, ਇਸ ਕਾਰਨ ਓਇੰਗ ਟੂ ਦਾ ਕਲੈਮਟੀ ਆਫ ਦਾ ਸੀਜ਼ਨ ਔਰ ਅਦਰ ਕਾਜ਼, ਕੋਈ ਵੀ ਸੀਜ਼ਨ ਦੇ ਮੁਤਾਬਕ ਜਾਂ ਕਿਸੇ ਹੋਰ ਕਾਰਨ ਦੇ ਕਾਰਨ ਕੋਈ ਕਲੈਮਟੀ ਆ ਗਈ ਹੋਵੇ, ਉਸ ਏਰੀਆ ਦੇ ਵਿੱਚ ਫਸਲਾਂ ਖਰਾਬ ਹੋ ਗਈਆਂ ਹੋਣ, ਇਟ ਇਜ਼ ਮੋਸਟ ਡਿਜ਼ਾਇਰੇਬਲ ਟੂ ਗ੍ਰਾਂਟ ਰਿਲੀਫ ਇਨ ਦਾ ਕੇਸਿਸ ਇਨ ਵਿਚ ਰੀਅਲੀ ਰਿਕੁਆਇਰਡ। ਜਿੱਥੇ ਵੀ ਬਹੁਤ ਜ਼ਿਆਦਾ ਪਤਾ ਲੱਗਦਾ ਵੀ ਸਾਨੂੰ ਜ਼ਰੂਰਤ ਹੈਗੀ ਹੈ, ਠੀਕ ਹੈ, ਉੱਥੇ ਜਿਹੜੀ ਇਹ ਜ਼ਰੂਰਤ ਹੈਗੀ ਹੈ ਰਿਲੀਫ, ਜਿਹੜੀ ਟੈਨੈਂਟ ਨੂੰ ਜਿਹੜੀ ਰਿਲੀਫ ਹੈਗੀ ਹੈ ਦਿੱਤੀ ਜਾਣੀ ਬਣਦੀ ਹੈ, ਤੇ ਜਿਹੜੀ ਰਿਡਕਸ਼ਨ ਕੀਤੀ ਜਾਂਦੀ ਹੈ, ਰਿਵੀਜ਼ਨ ਕੀਤੀ ਜਾਂਦੀ ਹੈ, ਅਸੈਸਮੈਂਟ ਦੀ ਰਿਵੀਜ਼ਨ ਕਰਕੇ ਜਿਹੜਾ ਮਾਮਲਾ ਹੈਗਾ ਘਟਾਇਆ ਜਾਂਦਾ ਹੈ। ਇਹਦੇ ਨਾਲ ਜਿਹੜਾ ਸਾਡਾ ਇਹ ਪੇਪਰ 1 ਹੈਗਾ ਇਹ ਖਤਮ ਹੋ ਜਾਂਦਾ ਹੈ। ਹੁਣ ਜਿਹੜਾ ਸਰ ਨੈਟ ਰੈਵਨਿਊ ਨੂੰ ਘਟਾਉਣ ਜਾਂ ਵਧਾਉਣ ਦੀ ਜਿਹੜੀ ਹੈਗੀ ਹੈ ਕਮਿਸ਼ਨ ਦੀ ਐਪਸ ਕੌਣ ਦਿੰਦੇ? ਹਾਂਜੀ, ਸੀਆਰ ਜਾਰੀ ਡਾਕਟਰ ਇਹਦੀਆਂ ਆਪਾਂ ਪਿੱਛੇ ਪੜ੍ਹ ਕੇ ਹਟੇ ਹਾਂ ਵੀ ਕੁਝ ਲਿਮਿਟ ਹੈਗੀਆਂ ਨੇ। ਆਪਾਂ ਪਿੱਛੇ ਪੜ੍ਹਿਆ 5000 10,000, ਠੀਕ ਹੈ, ਇਹ ਲਿਮਿਟਸ ਹੈਗੀਆਂ ਨੇ। ਕੁਝ ਲਿਮਿਟ ਤੱਕ ਕਮਿਸ਼ਨਰ ਕੋਲ ਹੈਗੀਆਂ ਪਾਵਰਾਂ, ਫਿਰ ਜਿੱਥੇ ਜਿਹੜੀ ਸਰਕਾਰ ਹੈਗੀ FCR ਹੈਗੇ ਆ ਉਹਦੇ ਕੋਲ ਅਨਲਿਮਿਟਡ ਪਾਵਰਸ ਹੈਗੀਆਂ ਨੇ। 10,000 ਰੁਪਏ ਤੱਕ ਦੀ ਜਿਹੜੀ ਲਿਮਿਟ ਸੀਗੀ ਆਪਾਂ ਪਿੱਛੇ ਪੜ੍ਹ ਕੇ ਗਿਆ ਉਹ ਕਮਿਸ਼ਨਰ ਕੋਲੇ ਸੀਗੀ। ਇਸ ਤੋਂ ਜਿਹੜੀ ਉੱਪਰ ਪਾਵਰ ਹੈਗੀ ਹੈ FCR ਕੋਲੇ ਜਿਹੜੀ ਪਾਵਰ ਹੈਗੀ ਆ ਉਹ ਅਨਲਿਮਿਟਡ ਪਾਵਰਸ ਹੈਗੀਆਂ ਨੇ। ਉਹ ਜਿਹੜੇ ਸਰਕਾਰੀ ਫੰਡ ਹੈਗੇ ਉੱਥੋਂ ਯੂਟਿਲਾਈਜ਼ ਕੀਤੇ ਜਾ ਸਕਦੇ ਆ। ਤੇ ਆਪਣਾ ਜਿਹੜਾ ਉਰਦੂ ਦਾ ਸੈਕਸ਼ਨ ਚੱਲਦਾ ਸੀਗਾ ਉਹ ਪਿਛੇ 2-3 ਜਿਹੜੀਆਂ ਕਲਾਸਾਂ ਸੀ ਉਹ ਮੇਰੇ ਖਿਆਲ ਆਪਾਂ ਨਹੀਂ ਅਟੈਂਡ ਕਰ ਪਾਏ, ਤੇ ਅੱਜ ਆਪਾਂ ਅੱਧੇ ਘੰਟੇ ਲਈ ਉਰਦੂ ਪੜਾਂਗੇ। ਤੇ ਜਿਹੜੇ ਇਹ ਸਾਡੇ ਜਿਹੜੇ ਹੁਣ ਪੇਪਰ ਬਣਦਾ ਜਿਹੜਾ ਸਾਡੇ ਕੋਲ ਮੰਡੇ ਤੇ ਟਿਊਜ਼ਡੇ ਦਾ ਜਿਹੜਾ ਟਾਈਮ ਹੈਗਾ, ਅਸੀਂ ਪੇਪਰ 5 ਤੇ 6 ਨੂੰ ਦੇਣ ਦੀ ਕੋਸ਼ਿਸ਼ ਕਰਾਂਗੇ। ਜਿਹੜਾ ਸ਼ਡਿਊਲ ਹੋਏਗਾ ਨੈਕਸਟ ਵੀਕ ਦਾ ਜਿਹੜਾ ਹੈਗਾ ਉਹ ਮੈਂ ਸ਼ਡਿਊਲ ਬਣਾ ਕੇ ਪਾਵਾਂਗਾ ਵੀ ਕਿਵੇਂ ਸਾਡੀ ਸਟੱਡੀ ਹੋਏਗੀ। ਪੇਪਰ 2 ਵੀ ਸਾਡਾ ਅਜੇ ਸਟਾਰਟ ਨਹੀਂ ਹੋਇਆ, ਉਹਦੇ ਵਿੱਚ ਵੀ ਕੁਝ ਬੰਦਿਆਂ ਨੂੰ ਵੈਸੇ ਪੇਪਰ ਜਿਹੜਾ 2 ਹੈਗਾ ਉਹਦੇ ਵਿੱਚ ਮਸਾਹਤ ਹੈਗੀ ਹੈ, ਤਾਂ ਸਾਰੇ ਤੁਹਾਨੂੰ ਕਿਸੇ ਨੂੰ ਜ਼ਰੂਰਤ ਵੀ ਲੱਗਦੀ ਨਹੀਂ ਮੇਰੇ ਖਿਆਲ ਪੜ੍ਹਾਉਣ ਦੀ, ਠੀਕ ਹੈ। ਵੈਸੇ ਤਾਂ ਜਿਹੜੀ ਗ੍ਰੀਨ ਬੁੱਕ ਹੈਗੀ ਉਹਦੇ 'ਚ ਟੋਟਲ ਹੀ ਕਵਰ ਹੋਇਆ ਹੁੰਦਾ ਮਸਾਹਤ ਦਾ ਏਰੀਆ ਪਾਰਟ। ਜਿਹੜੀ ਗ੍ਰੀਨ ਬੁੱਕ ਮੇਰੇ ਲਈ ਹੈਗੀ ਹੈ ਉਹਦੇ ਵਿੱਚ ਟੋਟਲ ਏਰੀਆ ਕਵਰ, ਟੋਟਲ ਜਿਹੜੀ ਸਬਜੈਕਟ ਕਵਰ ਹੋ ਜਾਂਦਾ ਹੈ ਮਸਾਹਤ ਦਾ। ਮੈਥ ਦੇ ਰਿਗਾਰਡਿੰਗ ਆਪਾਂ ਡਿਸਕਸ ਕਰਾਂਗੇ, ਉਹਦੇ ਤੇ ਮੈਂ ਲੈਕਚਰ ਲਗਾਵਾਂਗੇ। ਜਾਂ ਵੈਲੋਸਿਟੀ ਹੈਗੀ ਹੈ, ਰੈਲੀਵੈਂਟ ਵੈਲੋਸਿਟੀ ਹੈਗੀ ਹੈ, ਰਿਲੇਟਿਵ ਵੈਲੋਸਿਟੀ ਠੀਕ ਹੈ, ਟਾਈਮ ਵਰਕ ਐਂਡ ਵੇਜਸ ਹੈਗੇ ਹੈ, ਇੰਟਰਸਟ ਕੰਪਾਊਂਡ ਇੰਟਰਸਟ ਹੈ, ਸਿੰਪਲ ਇੰਟਰਸਟ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ। ਇਹ ਜਿਹੜੇ ਕੁਝ ਕੁਐਸਚਨਸ ਹੈਗੇ ਆ ਪਿਛਲੇ ਪੇਪਰਾਂ ਦੇ ਮੁਤਾਬਕ ਜਿਹੜੇ ਪਿਛਲੇ ਪੇਪਰ 'ਚ ਆਉਂਦੇ ਆ ਥੋੜ੍ਹੇ ਟਫ ਤੁਹਾਨੂੰ ਲੱਗਦੇ ਆ ਏਰੀਆ, ਠੀਕ ਹੈ, ਉਹ ਆਪਾਂ ਡਿਸਕਸ ਕਰਾਂਗੇ, ਠੀਕ ਹੈ ਜੀ। ਤੇ ਹੁਣ ਆਪਾਂ ਡਿਸਕਸ ਕਰਦੇ ਹਾਂ ਉਰਦੂ ਦੇ ਸੰਬੰਧੀ।